बाणी गुरु गुरु है बाणी, विच बाणी अमृत सारे। गुर बाणी कहे सेवक जन मानै, परतख गुरु निस्तारे। कच्चों कंचन भयो शब्द गुर श्रवणै सुनियो, बिख ते अमृत होयो नाम सतगुर मुख भणियो। लोहो होयो लाल नदर सतगुर जद धारै, पाहण माणक करै ज्ञान गुर कहियो विचारै। काठों श्रीखंड सतगुर कीयो, दुख दरिद्र तिनके गए। सतगुरु चरण जिन परसिया, से पस परेत सुर नर भये। सतगुरु चरण जिन परसिया, से पश परेत सुर नर भये। चवर छतर तखत दे मालक, समुची मनुखता सर्व कायनात दे रहबर, दसां ही पातशाहियां दी जोत शब्द ब्रह्म शब्दा अवतार सतगुरु। धन धन साहिब श्री गुरु ग्रंथ साहिब महाराज जी दी मुबारक निੱਘੀ गोद दे विच धन श्री गुरु तेग बहादुर पातशाह महाराज, तिलक जंजू राखा प्रभ ताका, कीनो बडो कलू मैं साका। प्रगट भये गुरु तेग बहादुर, सगल सृष्ट पै ढापी चादर। कर्म धर्म की जिन पत राखी, अटल करी कल युग मैं साखी। मनुखी हक्कां दे अलंबरदार, ते उन्हां हक्कां दी राखी दी खातर शहादत दे के दुनिया दे विच इंकलाब लैके आउण वाले दातार सतगुरु, जिन्हां दा नाम लैंदियां ही सिख दे मुख चों ये बचन बड़े प्यार दे नाल उचारे जांदे है। तेग बहादुर सिमरिया घर नौ निध आवै धाए, सब थाई होए सहाए। सतगुरां दे महान शहीदी अस्थान गुरद्वारा सीसगंज साहिब विखे अमृत वेले तो ही हाजरी भर रही सतगुरां दी साजी निवाजी सत्कारयोग साध संगत। सतगुरां दा कोटान कोट शुकराना है, जो अमृत वेले तो सानू सबना नू सतगुरां दी गोद दे विच जुड़ बैठण दा सुभाग प्राप्त होया है। ਅਤੇ ਨਾਲ ਹੀ ਨਾਲ ਸੋਸ਼ਲ ਮੀਡੀਆ ਦੇ ਰਾਹੀਂ PTC ਸਿਮਰਨ ਚੈਨਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਸ਼ਲ ਮੀਡੀਆ ਚੈਨਲਾਂ ਦੇ ਰਾਹੀਂ ਦੇਸ਼ ਵਿਦੇਸ਼ ਤੋਂ ਆਪ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਹੋ। ਆਓ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਜਿੱਥੇ ਬੜੇ ਪਿਆਰ ਦੇ ਨਾਲ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਆਪ ਸੰਗਤ ਨੇ ਸਰਵਣ ਕੀਤਾ, ਉਪਰੰਤ ਪਾਵਨ ਗੁਰਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਦੇ ਮਹਾਵਾਕ ਅਨੁਸਾਰ ਰੋਜ਼ਾਨਾ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਸੁਣਨ ਵਾਸਤੇ ਚੌਂਕੜੇ ਮਾਰ ਕੇ ਗੁਰੂ ਕੀ ਗੋਦ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ। ਇਸ ਪਾਵਨ ਅਸਥਾਨ ਦੇ ਮੁੱਖ ਗ੍ਰੰਥੀ हरमन प्यारी शख्सियत कौम के महान विद्वान सिंह साहब ज्ञानी हरनाम सिंह जी खालसा, जिन्हां पासों अमृतमई गुरबाणी दे विचों पावन शब्द
ਜਿਸ ਦੀ ਅੱਜ ਵਿਚਾਰ ਆਪਾਂ ਸਾਰਿਆਂ ਰਲ ਮਿਲ ਕੇ ਕਰਨੀ ਹੈ। ਮੂਲ ਪਾਠ ਆਪ ਸੰਗਤ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਲ ਮਿਲ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਕਰ ਸਕੀਏ। ਜਿੰਨੀ ਵੀ ਸੰਗਤ ਗੁਰੂ ਚਰਨਾਂ ਵਿੱਚ ਸੁਰਤ ਟਿਕਾ ਕੇ ਬੈਠੇ ਹੋ, ਜਿਹੜੇ ਵੀਰ ਇੱਧਰ ਉੱਧਰ ਵੀ ਵਿਚਰ ਰਹੇ ਨੇ, ਸਾਰੇ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਹਾਜ਼ਰ ਕਰੀਏ ਤੇ ਦੋਵੇਂ ਹੱਥ ਜੋੜ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਜਦੋਂ ਸਿੱਖ ਪੜ੍ਹਦਾ ਹੈ ਤੇ ਸਾਹਿਬ ਦੇ ਇਹ ਬਚਨ ਕਿ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਆਮ ਬੰਦਾ ਜੇ ਪਾਣੀ ਨਾ ਮਿਲੇ ਤੇ ਪਾਣੀ ਤੋਂ ਬਗੈਰ ਤੜਫਦਾ ਹੈ, ਪਰ ਜਿਹੜਾ ਗੁਰੂ ਕਾ ਸਿੱਖ ਹੈ ਉਹ ਬਾਣੀ ਤੋਂ ਬਗੈਰ ਤੜਫਦਾ ਹੈ। ਜੇ ਉਹ ਬਾਣੀ ਨਾ ਪੜ੍ਹੇ, ਨਿਤਨੇਮ ਨਾ ਕਰੇ, ਗੁਰੂ ਦਰਬਾਰ ਦੇ ਵਿੱਚ ਉਹਦੀ ਹਾਜ਼ਰੀ ਨਾ ਲੱਗੇ, ਉਹ ਇਸੇ ਤਰੀਕੇ ਨਾਲ ਤੜਫਦਾ ਹੈ ਜਿਸ ਤਰੀਕੇ ਨਾਲ ਪਿਆਸਾ ਬੰਦਾ ਪਾਣੀ ਤੋਂ ਬਗੈਰ ਤੜਫਦਾ ਹੈ। ਇਹ ਸਤਿਗੁਰਾਂ ਦੀ ਸਾਡੇ ਸਾਰਿਆਂ ਤੇ ਬਖਸ਼ਿਸ਼ ਹੈ, ਰਹਿਮਤ ਹੈ ਕਿ ਇਹ ਸਤਸੰਗ ਦੀਆਂ ਘੜੀਆਂ ਸਾਨੂੰ ਸਭਨਾਂ ਨੂੰ ਪ੍ਰਾਪਤ ਹੋਈਆਂ ਨੇ ਤੇ ਰੋਜ਼ਾਨਾ ਨੇਮ ਦੇ ਮੁਤਾਬਕ ਗੁਰਬਾਣੀ ਕੀਰਤਨ ਤੇ ਸ਼ਬਦ ਦੀ ਵਿਚਾਰ ਆਪ ਜੀ ਇਸ ਪਾਵਨ ਅਸਥਾਨ ਤੇ ਨੇਮ ਦੇ ਨਾਲ ਹਾਜ਼ਰੀਆਂ ਭਰ ਕੇ ਸਰਵਣ ਕਰਦੇ ਹੋ। ਅੱਜ ਦਾ ਸ਼ਬਦ ਵਿਚਾਰ ਦਾ ਵਿਸ਼ਾ ਜੋ ਮੂਲ ਸ਼ਬਦ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 ਵਾਰਾਂ ਦੇ ਵਿੱਚੋਂ ਗੌੜੀ ਕੀ ਵਾਰ ਜੋ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ, ਉਸ ਦੀ 26ਵੀਂ ਪੌੜੀ ਤੇ ਨਾਲ ਦੇ 2 ਸ਼ਲੋਕ ਜੋ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੇ ਉਚਾਰਨ ਕੀਤੇ ਨੇ, ਬੜੇ ਪਿਆਰ ਦੇ ਨਾਲ ਆਪ ਜੀ ਨੇ ਸਰਵਣ ਕੀਤੇ। ਸੰਗਤ ਜੀ, ਜਦੋਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੁੰਨੇ ਆ ਤੇ ਪਾਵਨ ਅੰਮ੍ਰਿਤਮਈ ਬਾਣੀ ਪੜ੍ਹਦੇ ਜਾਂ ਸੁਣਦੇ ਆ ਤੇ ਉੱਥੇ 22 ਵਾਰਾਂ ਦੇ ਵਿੱਚੋਂ 8 ਵਾਰਾਂ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ। ਤੇ ਵਾਰ ਦਾ ਜਿਹੜਾ ਅਸਲ ਮਜ਼ਮੂਨ ਹੋਇਆ ਕਰਦਾ ਹੈ, ਪੁਰਾਣੇ ਸਮੇਂ ਵਿੱਚ ਜਿਵੇਂ ਢਾਡੀ ਸਿੰਘ ਇਹ ਵਾਰਾਂ ਗਾਇਨ ਕਰਦੇ ਸੀ, ਵਾਰ ਦਾ ਮੂਲ ਰੂਪ ਪੌੜੀਆਂ ਹੋਇਆ ਕਰਦਾ ਤੇ ਇਸ ਢੰਗ ਦੇ ਨਾਲ ਇਹ ਪੌੜੀ ਦਰ ਪੌੜੀ ਇੱਕ ਪ੍ਰਸੰਗ ਨੂੰ ਦਿਲ ਖਿੱਚਵੀਂ ਆਵਾਜ਼ ਦੇ ਵਿੱਚ ਢਾਡੀ ਸਿੰਘ ਗਾਉਂਦੇ ਸੀ, ਵੀਰ ਰਸੀ ਵਾਰ ਦੇ ਰੂਪ ਵਿੱਚ ਗਾਉਂਦੇ ਸੀ ਕਿ ਜਿਵੇਂ ਕਿਸੇ ਖਾਸ ਯੋਧੇ ਦਾ ਪ੍ਰਸੰਗ ਹੋਵੇ, ਇੱਕ ਪਾਸੇ ਸੂਰਮੇ ਦੀ ਗੱਲ, ਇੱਕ ਪਾਸੇ ਕਾਇਰ ਦੀ ਗੱਲ, ਤੇ ਜਿਹੜੇ ਕਾਇਰ ਤੇ ਬੁਜਦਿਲ ਹਾਰ ਜਾਂਦੇ ਨੇ ਤੇ ਸੂਰਮੇ ਜਿੱਤ ਜਾਂਦੇ ਨੇ। ਜ਼ੁਲਮ ਕਰਨ ਵਾਲਿਆਂ ਦੀ ਹਾਰ ਹੁੰਦੀ ਹੈ ਤੇ ਸੱਚ ਦੇ ਰਾਹ ਤੇ ਤੁਰਨ ਵਾਲਿਆਂ ਦੀ ਜਿੱਤ ਹੁੰਦੀ ਹੈ। ਇਹ ਵਾਰਾਂ ਦਾ ਮਜ਼ਮੂਨ ਹੋਇਆ ਕਰਦਾ। ਮੇਰੇ ਸਤਿਗੁਰ ਪਾਤਸ਼ਾਹ ਮਹਾਰਾਜ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਇੱਕ ਵਾਰ ਸਾਰੇ ਪਿਆਰ ਦੇ ਨਾਲ ਆਖੋ ਜੀ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਸਤਿਗੁਰਾਂ ਨੇ 8 ਵਾਰਾਂ ਗਾਇਨ ਕੀਤੀਆਂ। ਉਹਨਾਂ ਮਜ਼ਮੂਨ ਵੀ ਸਤਿਗੁਰ ਪਾਤਸ਼ਾਹ ਨੇ ਇਸ ਤਰ੍ਹਾਂ ਰੱਖਿਆ, ਇੱਕ ਪਾਸੇ ਗੁਰੂ ਸੂਰਮੇ ਦੀ ਵਡਿਆਈ, ਦੂਸਰੇ ਪਾਸੇ ਚੁਗਲੀ ਕਰਨ ਵਾਲੇ, ਨਿੰਦਿਆ ਕਰਨ ਵਾਲੇ ਦੋਖੀ ਤੇ ਬੇਮੁਖ ਮਨੁੱਖ ਨੇ, ਤੇ ਜਿਹੜੇ ਦੋਖੀ ਨੇ, ਬੇਮੁਖ ਨੇ, ਚੁਗਲੀ ਕਰਨ ਵਾਲੇ ਨੇ, ਨਿੰਦਿਆ ਕਰਨ ਵਾਲੇ ਨੇ, ਉਹ ਆਪਣਾ ਜ਼ੋਰ ਲਾ ਕਰਕੇ ਹਟ ਗਏ, ਪਰ ਗੁਰੂ ਦੀ ਵਡਿਆਈ ਉਹ ਰਹਿੰਦੀ ਦੁਨੀਆ ਤੱਕ ਜੁਗੋ ਜੁਗ ਅਟਲ ਸੀ, ਹੈ ਤੇ ਰਹੇਗੀ। ਇਹਨਾਂ ਪੌੜੀਆਂ ਦੇ ਰਾਹੀਂ ਗੁਰੂ ਸੂਰਮੇ ਦੀ ਵਡਿਆਈ, ਗੁਰਮੁਖ ਦੀ ਜਿੱਤ ਤੇ ਮਨਮੁਖ ਦੀ ਹਾਰ ਦਾ ਪ੍ਰਕਰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਿਆਨ ਕੀਤਾ। ਤੇ ਜਦੋਂ ਅਸੀਂ ਵਾਰਾਂ ਦੇ ਵਿੱਚੋਂ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੋਵੇ, ਇਹ ਤਰੀਕਾ ਗੁਰਮੁਖਾਂ ਤੇ ਵਿਦਵਾਨਾਂ ਨੇ ਲੱਭਿਆ ਹੈ, ਕਿਉਂਕਿ ਪਹਿਲਾਂ ਵਾਰ ਦਾ ਮੂਲ ਰੂਪ ਪੌੜੀ ਹੋਇਆ ਕਰਦਾ ਸੀ ਤੇ ਪੌੜੀ ਦੇ ਵਿੱਚ ਜਿਹੜੀਆਂ ਅਖੀਰਲੀਆਂ ਪੰਕਤੀਆਂ ਨੇ ਨਾ, ਉਹ ਅਸਲ ਦੇ ਵਿੱਚ ਵਾਰ ਦਾ ਮੂਲ ਭਾਵ ਉਹਨਾਂ ਵਿੱਚ ਛੁਪਿਆ ਹੁੰਦਾ। ਜਿਵੇਂ ਕੋਈ ਸ਼ਬਦ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਰਹਾਉ ਦੀਆਂ ਪੰਕਤੀਆਂ ਉਹਨਾਂ ਦੇ ਵਿੱਚ ਮੂਲ ਰੂਪ ਹੋਇਆ ਕਰਦਾ। ਇਸੇ ਤਰੀਕੇ ਨਾਲ ਜਿਹੜੀ ਵਾਰ ਹੈ, ਵਾਰ ਦੇ ਵਿੱਚ ਪੌੜੀਆਂ ਤੇ ਪੌੜੀਆਂ ਦੇ ਨਾਲ ਸ਼ਲੋਕ ਨੇ। ਪੌੜੀ ਦੇ ਮੂਲ ਭਾਵਾਂ ਤੋਂ ਪਹਿਲਾਂ ਇਹ ਸ਼ਲੋਕ ਦਰਜ ਕੀਤੇ ਗਏ ਤੇ ਜਿਹੜਾ ਪੌੜੀ ਦੀਆਂ ਅਖੀਰਲੀਆਂ ਪੰਕਤੀਆਂ ਨੇ, ਉਹ ਇਦਾਂ ਕਹਿ ਲਈਏ ਕਿ ਇਹਨਾਂ ਸ਼ਬਦਾਂ ਵਿੱਚ ਇਹ ਰਹਾਉ ਦਾ ਬੰਦ ਹੋਇਆ ਕਰਦਾ, ਜਿਹਦੇ ਵਿੱਚ ਮੂਲ ਭਾਵ
ਪੂਰੇ ਸ਼ਬਦ ਦਾ ਸਤਿਗੁਰ ਪਾਤਸ਼ਾਹ ਮਹਾਰਾਜ ਦ੍ਰਿੜ ਕਰਾਉਂਦੇ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੇ ਵਿੱਚ ਕੇਵਲ ਪੌੜੀਆਂ ਉਚਾਰਨ ਕੀਤੀਆਂ, ਤੇ ਜਦੋਂ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ, ਤੇ ਉੱਥੇ ਜਿਹੜੇ ਪੌੜੀ ਨਾਲ ਸੰਬੰਧਿਤ ਵਿਚਾਰ ਭਾਵ ਮਿਲਦੇ ਸਨ ਉਹ ਸ਼ਲੋਕ ਨਾਲ ਨਾਲ ਦਰਜ ਕਰ ਦਿੱਤੇ। ਇਸੇ ਤਰੀਕੇ ਦੇ ਨਾਲ ਅੱਜ ਜਦੋਂ ਅਸੀਂ ਵਾਰਾਂ ਪੜ੍ਹਦੇ ਹਾਂ ਤੇ ਪੌੜੀ ਦੇ ਨਾਲ ਨਾਲ ਸ਼ਲੋਕ ਵੀ ਜਿਹੜੇ ਵੱਖ-ਵੱਖ ਗੁਰੂ ਸਾਹਿਬਾਨ ਦੇ ਦਰਜ ਕੀਤੇ ਹੋਏ ਮਿਲਦੇ ਆ, ਤੇ ਜਿਹੜੇ ਸ਼ਲੋਕ ਪੌੜੀਆਂ ਨਾਲ ਦਰਜ ਹੋਣੋਂ ਰਹਿ ਗਏ ਉਹ ਅਖੀਰ ਦੇ ਵਿੱਚ ਸ਼ਲੋਕ ਵਾਰਾਂ ਤੇ ਵਧੇਕ ਸਿਰਲੇਖ ਹੇਠ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਦਰਜ ਕਰ ਦਿੱਤੇ। ਹੁਣ 2 ਸ਼ਲੋਕ ਨੇ ਤੇ ਪਾਵਨ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਉਚਾਰੀ। ਸ਼ਲੋਕ ਦੋਨੋਂ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਨ ਕੀਤੇ। ਸ਼ਬਦ ਦਾ ਜਿਹੜਾ ਮੂਲ ਭਾਵ ਪੌੜੀ ਦੀ ਅਖੀਰਲੀ ਪੰਕਤੀ ਤੋਂ ਆਪਾਂ ਟੇਕ ਲੈ ਕੇ ਆਰੰਭ ਤੋਂ ਵਿਚਾਰ ਕਰਨ ਦਾ ਯਤਨ ਕਰਨਾ ਹੈ। ਤੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕਿ ਜਿਹੜਾ ਕੂੜਿਆਰ ਬੰਦਾ ਹੈ, ਝੂਠੇ ਬੰਦੇ ਨੇ, ਝੂਠੇ ਨੂੰ ਝੂਠੇ ਹੀ ਚੰਗੇ ਲੱਗਦੇ ਹੈ, ਉਹ ਉਹਨਾਂ ਦੀ ਸੰਗਤ ਵਿੱਚ ਜਾ ਜਾ ਕੇ ਬੈਠਦੇ ਨੇ। ਤੇ ਜਿਹੜੇ ਸਚਿਆਰ ਨੇ, ਤੁਹਾਡੇ ਵਰਗੇ ਗੁਰਮੁਖ ਪਿਆਰੇ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਨੇ, ਉਹ ਤੇ ਮੌਕਾ ਲੱਭਦੇ ਨੇ ਕਿਹੜਾ ਸਮਾਂ ਮਿਲੇ ਤੇ ਅਸੀਂ ਗੁਰੂ ਕੀ ਗੋਦ ਵਿੱਚ ਬੈਠੀਏ ਤੇ ਰਲ ਕੇ ਸੱਚ ਕੀ ਵਿਚਾਰ ਕਰੀਏ, ਬਾਣੀ ਦੀ ਵਿਚਾਰ ਕਰ ਸਕੀਏ। ਤੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਦਰਅਸਲ ਗੁਰਮੁਖੋ ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੁੰਨੇ ਆ ਨਾ, ਤੇ ਸਤਿਗੁਰਾਂ ਦੇ ਕੋਲੋਂ ਆ ਕੇ ਪੁੱਛਦੇ ਆ, ਮੇਰੇ ਪਾਤਸ਼ਾਹ ਸਾਨੂੰ ਉਹ ਰਸਤਾ ਦੱਸ, ਉਹ ਮਾਰਗ ਦੱਸ ਜਿਹੜਾ ਮਾਰਗ ਸਾਨੂੰ ਤੇਰੇ ਤੱਕ ਪਹੁੰਚਾ ਦੇਵੇ। ਕਿਉਂਕਿ ਅਸੀਂ ਭੁੱਲੇ ਆ, ਭਟਕੇ ਆ, ਤੇ ਭੁੱਲਿਆਂ ਨੂੰ ਮਾਰਗ ਤੇ ਪਾਉਣ ਵਾਲਾ ਸਤਿਗੁਰ ਹੈ। ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਾਰਾ ਸੰਸਾਰ ਭੁੱਲਿਆ ਹੈ, ਸਾਰਾ ਸੰਸਾਰ ਭਟਕਿਆ, ਪਰ ਜੇ ਰਸਤੇ ਤੇ ਤੁਰਨਾ ਹੋਵੇ ਨਾ, ਉਸ ਤੋਂ ਪਹਿਲਾਂ ਮੰਜ਼ਿਲ ਦਾ ਪਤਾ ਹੋਣਾ ਚਾਹੀਦਾ। ਜੇ ਮੰਜ਼ਿਲ ਦਾ ਪਤਾ ਹੋਵੇ ਤੇ ਆਪਾਂ ਪੁੱਛਦੇ ਆਂ ਪਛਾਉਂਦੇ ਆਂ ਉਸ ਰਸਤੇ ਨੂੰ ਤੁਰ ਪਵਾਂਗੇ। ਪਰ ਜੇ ਮੰਜ਼ਿਲ ਦਾ ਪਤਾ ਨਾ ਹੋਵੇ, ਅਸੀਂ ਤੁਰੀਏ ਤੇ ਜ਼ਰੂਰ, ਤੇ ਕੋਈ ਬੰਦਾ ਪੁੱਛ ਲੈ ਭਲਿਆ ਤੁਰਦਾ ਤੇ ਫਿਰਦਾ ਏ, ਜਾਣਾ ਕਿੱਥੇ ਹੈ, ਤੇ ਅਸੀਂ ਅੱਗੋਂ ਕਹਾਂਗੇ ਨਹੀਂ ਬਸ ਉੱਦਾਂ ਹੀ ਸੈਰ ਕਰ ਰਿਹਾ, ਘੁੰਮ ਰਿਹਾ, ਮੰਜ਼ਿਲ ਮੇਰੀ ਕੋਈ ਨਹੀਂ। ਖਾਲੀ ਘੁੰਮਣ ਫਿਰਨ ਵਾਸਤੇ ਸੰਸਾਰ ਵਿੱਚ ਨਹੀਂ ਆਏ। ਬਹੁਤ ਲੰਮਾ ਸਫ਼ਰ ਹੈ ਸਾਡਾ, ਬੜੇ ਜਨਮਾਂ ਜਨਮਾਂਤਰਾਂ ਦਾ ਇਹ ਸਫ਼ਰ ਚੱਲਦਾ ਆ ਰਿਹਾ। ਜੋ ਸਤਿਗੁਰ ਪਾਤਸ਼ਾਹ ਦੀ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ, ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ। ਸਫ਼ਰ ਬੜਾ ਲੰਮਾ ਕਰਕੇ ਆਏ ਆ। ਉਹ ਸਫ਼ਰ ਕਿਹੜਾ? ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਬੜੇ ਜਨਮਾਂ ਦੇ ਮਾਲਕ ਜੀ ਵਿਛੜੇ ਹੋਏ, ਤੇ ਬਹੁਤ ਜਨਮਾਂ ਦਾ ਸਫ਼ਰ ਤੈਅ ਕਰਕੇ ਉਹ ਸਫ਼ਰ ਦੇ ਵਿੱਚ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਬੜੇ ਲੰਮੇ ਸਫ਼ਰ ਤੋਂ ਬਾਅਦ ਵਿੱਚ ਇਹ ਮਨੁੱਖਾ ਜੀਵਨ ਮਿਲਿਆ। ਬੜਾ ਔਖਾ ਸਮਾਂ, ਬੜੀ ਮੁਸ਼ਕਲ ਦੇ ਨਾਲ ਇਹ ਸਮਾਂ ਮਿਲਿਆ। ਤੇ ਸਤਿਗੁਰ ਪਾਤਸ਼ਾਹ ਬਾਰ-ਬਾਰ ਸਮਝਾਉਂਦੇ ਨੇ, ਇਸ ਪੌੜੀ ਤੇ ਜੋ ਨਰ ਚੁੱਕੈ, ਇਹ ਮਨੁੱਖਾ ਜੀਵਨ ਹੈ ਨਾ, ਇਹ ਇਹੋ ਜੀ ਮੰਜ਼ਿਲ ਹੈ, ਜਿਸ ਮੰਜ਼ਿਲ ਤੇ ਜੇ ਤੂੰ ਚੁੱਕ ਗਿਆ ਤੇ ਫਿਰ ਇੰਨੀ ਥਾਂ ਤੇ ਥੱਲੇ ਜਾ ਕੇ ਡਿੱਗੇਗਾ ਕਿ ਫਿਰ ਤੂੰ ਤਾਂ ਉੱਠਣ ਜੋਗਣ ਨਹੀਂ ਰਹਿਣਾ। ਇਸ ਪੌੜੀ ਤੇ ਜੋ ਨਰ ਚੁੱਕੈ, ਸੋ ਆਏ ਜਾਏ ਦੁੱਖ ਪਾਏਂਦਾ। ਅੱਜ ਜਦੋਂ ਗੁਰੂ ਕੀ ਗੋਦ ਵਿੱਚ ਬੈਠੇ ਆ, ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਨੇ ਜਦੋਂ ਦਾਸ ਨੂੰ ਹੁਕਮ ਲਾਇਆ ਸ਼ਬਦ ਦੀ ਕਥਾ ਕਰਨ ਵਾਸਤੇ, ਤੇ ਮਜਮੂਨ ਆਪ ਜੀ ਦੇ ਸਾਹਮਣੇ ਰੱਖ ਗਏ ਕਿ 2 ਤਰੀਕੇ ਦੀ ਸੰਗਤ, ਇੱਕ ਝੂਠਿਆਂ ਦੀ ਸੰਗਤ ਹੈ, ਇੱਕ ਸੱਚਿਆਂ ਦੀ ਸੰਗਤ ਹੈ। ਦੋਨਾਂ ਦੀ ਗੱਲ ਅੱਜ ਦੇ ਸ਼ਬਦ ਦੇ ਵਿੱਚ ਹੈ। ਹੁਣ ਜਦੋਂ ਸੰਗਤ ਸ਼ਬਦ ਆਉਂਦਾ ਹੈ ਨਾ ਗੁਰਮੁਖੋ, ਮੈਂ ਮੰਜ਼ਿਲ ਦੀ ਗੱਲ ਕਰਨ ਤੋਂ ਪਹਿਲਾਂ ਥੋੜਾ ਜਿਹਾ ਪੱਖ ਤੁਹਾਡਾ ਇਸ ਪਾਸੇ ਵੱਲ ਲਿਜਾਣਾ ਚਾਹੁੰਦਾ। ਜਿੰਨੇ ਬੈਠੇ ਆ, ਇੱਕ ਵਾਰ ਮਨ ਬਿਰਤੀਆਂ ਟਿਕਾ ਕੇ ਪਿਆਰ ਨਾਲ, ਰਸਨਾ ਤੋਂ ਗੱਜ ਕੇ, ਪਿਆਰ ਟਿਕਾ ਕਰਕੇ ਉਚਾਰਨ ਕਰੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਪੜ੍ਹੀਏ ਨਾ ਤੇ ਸ਼ਬਦ ਆਉਂਦਾ ਹੈ ਸੰਗਤ। ਕਈ ਵਾਰ ਨਾ ਸਿਹਾਰੀਆਂ ਲੱਗੀਆਂ ਹੁੰਦੀਆਂ ਨੇ, ਔਂਕੜਾਂ ਲੱਗੀਆਂ ਹੁੰਦੀਆਂ ਨੇ, ਪਰ ਅਸੀਂ ਉਚਾਰਨ ਨਹੀਂ ਕਰਦੇ। ਤੇ ਕਈ ਮੇਰੇ ਵੀਰ ਭੈਣ ਕਹਿੰਦੇ ਨੇ ਇਹ ਕਿਉਂ ਲੱਗੀਆਂ? ਤੁਸੀਂ ਤੇ ਇਸ ਦਿੱਲੀ ਦੀ ਧਰਤੀ ਤੇ ਜਿੱਥੇ ਪਾਵਨ ਸਥਾਨ ਤੇ ਹਾਜ਼ਰੀ ਨੇਮ ਨਾਲ ਭਰਦੇ ਹੋ, ਪੰਥ ਦੇ ਮਹਾਨ ਵਿਦਵਾਨ ਇਸ ਸਥਾਨ ਤੇ ਪਹੁੰਚ ਕੇ ਆਪ ਜੀ ਨੂੰ ਗੁਰਮਤਿ ਦੀਆਂ ਗੂੜ ਰਮਜਾਂ ਦ੍ਰਿੜ ਕਰਾਉਂਦੇ ਹੈ ਕਿ ਔਂਕੜ ਦੇ ਵੀ ਆਪਣੇ ਅਰਥ ਨੇ, ਸਿਹਾਰੀ ਦੇ ਵੀ ਆਪਣੇ ਅਰਥ ਨੇ। ਤੇ ਜਦੋਂ ਗੱਲ ਸੰਗਤ ਦੀ ਆਵੇ ਨਾ, ਗੁਰਮੁਖੋ ਸੰਗਤ ਸ਼ਬਦ ਜਿਨ੍ਹਾਂ ਨੇ ਪਿਆਰ ਭਾਵਨਾ ਨਾਲ ਗੁਰਬਾਣੀ ਦੇ ਅੱਖਰੀ ਦਰਸ਼ਨ ਕੀਤੇ ਆ, ਜਦੋਂ ਵੀ ਤੁਸੀਂ ਸੰਗਤ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹੋਗੇ ਨਾ, ਉੱਥੇ ਸੰਗਤ ਦੇ ਤੱਤੇ ਨੂੰ ਸਿਹਾਰੀ ਮਿਲੇਗੀ। ਬਿਨਾਂ ਸਿਹਾਰੀ ਤੋਂ ਇਹ ਸ਼ਬਦ, ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਇਹ ਬਿਨਾਂ ਸਿਹਾਰੀ ਤੋਂ ਨਹੀਂ ਆਉਂਦਾ। ਅਸਲ ਵਿੱਚ ਸ਼ਬਦ ਹੈ ਸੰਗਤ, ਤੱਤੇ ਨਾਲ ਸਿਹਾਰੀ ਲੱਗਦੀ ਹੈ। ਮੂਲ ਸ਼ਬਦ ਹੈ ਸੰਸਕ੍ਰਿਤ ਦਾ ਸੰਗਤੀ। ਹੁਣ ਸੰਗਤੀ ਸ਼ਬਦ ਉਚਾਰਨ ਆਪਾਂ ਕਰਦੇ ਹਾਂ ਸੰਗਤ, ਅਰਥਾਂ ਨੂੰ ਕਲੀਅਰ ਕਰਨ ਵਾਸਤੇ ਸਿਹਾਰੀ ਮੇਰੇ ਪਾਤਸ਼ਾਹ ਨੇ ਨਾਲ ਦਰਜ ਕਰ ਦਿੱਤੀ। ਹੁਣ ਜਿਹੜੀ ਸਿਹਾਰੀ ਹੈ ਇਹ ਅਰਥ ਇਵੇਂ ਕਰਦੀ ਹੈ, ਸੰਗਤੀ ਸ਼ਬਦ ਮੂਲ ਰੂਪ ਹੈ ਤੇ ਦੋ ਅੱਖਰ ਬਣ ਜਾਂਦੇ ਨੇ, ਇੱਕ ਹੈ ਸੰਗ, ਦੂਜਾ ਹੈ ਗਤੀ। ਸੰਗ ਤੇ ਗਤੀ, ਜਿਹਦੇ ਨਾਲ ਗਤੀ ਹੋ ਸਕੇ। ਹੁਣ ਗਤੀ ਦੇ ਅਰਥ ਕੀ ਨੇ? ਯੂਪੀ ਤੇ ਵੱਖ-ਵੱਖ ਸਟੇਟਾਂ ਵਿੱਚ ਹਿੰਦੀ ਭਾਸ਼ਾ ਨੂੰ ਸਮਝਣ ਵਾਲੇ ਚੰਗੀ ਤਰ੍ਹਾਂ ਜਾਣਦੇ ਆ। ਗਤੀ ਦਾ ਮਤਲਬ ਹੁੰਦਾ ਹੈ ਚਾਲ। ਗਤੀ ਦਾ ਮਤਲਬ ਚਾਲ ਚੱਲਣਾ। ਤੇ ਗਤੀ ਜਿਹੜੀ ਹੈ ਉਹ ਗਾਂ ਨੂੰ ਵੀ ਹੋ ਸਕਦੀ ਹੈ ਤੇ ਗਤੀ ਪਿਛਾਂ ਨੂੰ ਵੀ ਹੋ ਸਕਦੀ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਹੁਣ ਗੱਲ ਬੜੀ ਬਰੀਕੀ ਨਾਲ ਸਮਝਿਓ, ਗਤੀ ਗਾਂ ਨੂੰ ਵੀ ਹੋ ਸਕਦੀ ਹੈ ਤੇ ਗਤੀ ਪਛਾਂ ਨੂੰ ਵੀ ਹੋ ਸਕਦੀ। ਜਿਵੇਂ ਗੱਡੀਆਂ ਨੇ ਸਾਡੇ ਕੋਲ, ਅਗਲਾ ਗੇਅਰ ਪਾਇਆ ਤੇ ਗੱਡੀ ਗਾਂ ਨੂੰ ਜਾਏਗੀ, ਪਿਛਲਾ ਗੇਅਰ ਪਾਇਆ ਤੇ ਗੱਡੀ ਪਿਛਾਂ ਨੂੰ ਚੱਲ ਪਏਗੀ। ਉਹਦੇ ਨਾਲ ਸੰਗ ਕਰ ਜਿਹਦੇ ਨਾਲ ਗਤੀ ਹੋਵੇ। ਜੇ ਤੇ ਸੱਚਿਆਂ ਦੀ ਸੰਗਤ ਕਰੇਗਾ ਤੇ ਗੁਰਮੁਖਾ ਸੱਚ ਵਾਲੇ ਪਾਸੇ ਤੇਰੀ ਗਤੀ ਹੋਏਗੀ, ਤੇ ਜੇ ਝੂਠਿਆਂ ਦੀ ਸੰਗਤ ਕਰੇਗਾ ਤੇ ਕਿਰਦਾਰ ਤੋਂ ਡਿੱਗ ਕੇ ਉਲਟੇ ਪਾਸੇ ਨੂੰ ਤੇਰੀ ਚਾਲ ਜਿਹੜੀ ਹੈ ਫਿਰ ਚੱਲਣੀ ਆਰੰਭ ਹੋ ਜਾਏਗੀ। ਇੱਥੇ ਸੰਗਤ ਕਰਨੀ ਹੈ ਉਹਨਾਂ ਦੀ ਜਿਨ੍ਹਾਂ ਦੇ ਨਾਲ ਤੁਰ ਕਰਕੇ ਗਤੀ ਅੱਗੇ ਨੂੰ ਹੋ ਸਕੇ। ਤੇ ਸਾਡੀ ਗਤੀ ਕਿਹੜੇ ਪਾਸੇ ਹੋਵੇ, ਇਹ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਭ ਤੋਂ ਪਹਿਲੀ ਪੌੜੀ ਦੇ ਵਿੱਚ ਸਾਨੂੰ ਦੱਸ ਦਿੱਤਾ। ਆ ਪਹਿਲੀ ਪੌੜੀ ਤੁਰਨ ਵਾਲਿਆ, ਪਹਿਲਾ ਕਦਮ ਚੁੱਕਣ ਵਾਲਿਆ, ਤੈਨੂੰ ਚੇਤੇ ਰਹੇ ਤੇਰੀ ਜੀਵਨ ਦੀ ਮੰਜ਼ਿਲ ਕੀ ਹੈ। ਕਦਮ ਤੁਰਿਆ ਏ, ਆਰੰਭਤਾ ਕੀਤੀ ਹੈ ਤੇ ਆਰੰਭਤਾ ਵੇਲੇ ਤੈਨੂੰ ਮੰਜ਼ਿਲ ਚੇਤੇ ਰਹੇ, ਤੇਰਾ ਤੁਰਨਾ ਆਸਾਨ ਹੋ ਜਾਏਗਾ, ਤੇਰੀ ਗਤੀ ਆਸਾਨ ਹੋ ਜਾਏਗੀ। ਤੇ ਆਰੰਭਤਾ ਵਿੱਚ ਉਹ ਮੰਜ਼ਿਲ ਕਿਹੜੀ ਦੱਸੀ? ਸਵਾਲ ਪੁੱਛਿਆ ਜਗਿਆਸੂ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਆਪ ਹੀ ਜਗਿਆਸੂ ਰੂਪ ਹੋ ਕੇ ਸਵਾਲ ਕਰਦੇ ਐ ਤੇ ਫਿਰ ਉੱਤਰ ਵੀ ਦਿੰਦੇ ਐ। ਕਿਵ ਸਚਿਆਰਾ ਹੋਈ ਐ, ਕਿਵ ਕੂੜਾ ਟੁੱਟੈ ਪਾਲ। ਸਚਿਆਰਾ ਕਿਵੇਂ ਬਣਿਆ ਜਾ ਸਕੇ, ਇਹ ਕੂੜ ਦੀ ਕੰਧ ਕਿਵੇਂ ਟੁੱਟ ਸਕੇ? ਕਿਉਂਕਿ ਕੂੜਿਆਰ ਤੇ ਸਚਿਆਰ ਦੀ ਗੱਲ ਸਤਿਗੁਰ ਪਾਤਸ਼ਾਹ ਨੇ ਅੱਜ ਦੇ ਸ਼ਬਦ ਵਿੱਚ ਕੀਤੀ। ਜਦੋਂ ਸਚਿਆਰ ਬਣਨਾ ਸਾਡੇ ਜੀਵਨ ਦੀ ਮੰਜ਼ਿਲ ਹੈ ਤਾਂ ਸਚਿਆਰ ਬਣਨ ਵਾਲੇ ਪਾਸੇ ਤੂੰ ਕਦਮ ਅੱਗੇ ਨੂੰ ਵਧਾਉਣੇ ਆ। ਅੱਜ ਕਈ ਵਾਰ ਨਾ ਧਰਮ ਦੀ ਦੁਨੀਆ ਦੇ ਵਿੱਚ ਆਪੂ ਬਣੇ ਸੂਝਵਾਨ ਬੰਦੇ, ਜਿਨ੍ਹਾਂ ਦੇ ਅੰਦਰ ਮਾਣ ਹੈ ਕਿ ਮੈਂ ਬੜਾ ਪੜ੍ਹਿਆ ਲਿਖਿਆ ਸਿਆਣਾ ਤੇ ਸੂਝਵਾਨ, ਉਹ ਕਈ ਵਾਰ ਧਰਮ ਦੀ ਗਲਤ ਵਿਆਖਿਆ ਕਰਕੇ ਧਰਮ ਦੀਆਂ ਲੜਾਈਆਂ ਪਾ ਜਾਂਦੇ। ਗੁਰਮੁਖੋ, ਜੇ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠੀਏ ਨਾ, ਡਾਕਟਰ ਰਾਧਾ ਕ੍ਰਿਸ਼ਨਨ ਤੋਂ ਕਿਸੇ ਨੇ ਸਵਾਲ ਕੀਤਾ ਸੀ ਕਿ ਆ ਸਾਰੀ ਦੁਨੀਆ ਦੇ ਵਿੱਚ ਹੱਦਬੰਦੀਆਂ ਵੱਧਦੀਆਂ ਜਾਂਦੀਆਂ ਨੇ, ਬਾਰਡਰ ਵੱਧਦੇ ਜਾਂਦੇ ਨੇ, ਸੀਮਾਵਾਂ ਵੱਧਦੀਆਂ ਜਾਂਦੀਆਂ ਨੇ, ਕੋਈ ਭਾਸ਼ਾ ਦੇ ਨਾਂ ਤੇ ਲੜਦਾ ਏ, ਕੋਈ ਧਰਮ ਦੇ ਨਾਂ ਤੇ ਲੜਦਾ ਏ, ਕੋਈ ਜਾਤ ਦੇ ਨਾਂ ਤੇ ਲੜਦਾ ਏ। ਕੋਈ ਐਸਾ ਤਰੀਕਾ ਹੈ ਇਹ ਸਾਰੀਆਂ ਹੱਦਬੰਦੀਆਂ ਮੁੱਕ ਜਾਣ ਤੇ ਸਾਰੀ ਦੁਨੀਆ ਇੱਕੋ ਦੇਸ਼ ਬਣ ਸਕੇ? ਕੋਈ ਐਸਾ ਤਰੀਕਾ ਹੈ? ਤੇ ਉਹਨਾਂ ਨੇ ਗੱਲ ਕਹੀ ਸੀ, ਦੁਨੀਆ ਜਿੱਦਣ ਸਿਆਣੀ ਹੋ ਗਈ ਉਦਣ ਇਹ ਸਾਰੀਆਂ ਲੜਾਈਆਂ ਮੁੱਕ ਜਾਣਗੀਆਂ। ਤੇ ਸਿਆਣੀ ਕਿੱਦਣ ਹੋਏਗੀ? ਜਿੱਦਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਵਿਚਾਰ ਦੁਨੀਆ ਦੇ ਘਰ ਘਰ ਦੇ ਵਿੱਚ ਪਹੁੰਚ ਜਾਏਗੀ। ਉਦਣ ਨਾ ਜਾਤ ਦੀ ਲੜਾਈ ਰਹੇਗੀ,
ਨਾ ਧਰਮ ਦੀ ਲੜਾਈ ਰਹੇਗੀ, ਨਾ ਰੰਗ ਦੀ ਲੜਾਈ ਰਹੇਗੀ, ਨਾ ਭਾਸ਼ਾ ਨਾ ਨਸਲ ਦੀ ਲੜਾਈ ਰਹੇਗੀ, ਬਲਕਿ ਸਾਰੀ ਮਨੁੱਖਤਾ ਇੱਕ ਪਰਿਵਾਰ, ਏਕ ਪਿਤਾ ਏਕ ਸਕੇ ਹਮ ਬਾਰਕ ਨਜ਼ਰ ਆਉਣ ਲੱਗ ਪੈਗੀ। ਇਹ ਸੱਚ ਕੀ ਵਿਚਾਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਜਿਹੜੀ ਬਾਣੀ ਨਾਲ ਜਿਹੜਾ ਜੁੜਦਾ ਹੈ ਉਹਦੇ ਵਿਤਕਰੇ ਦੂਰ ਹੁੰਦੇ ਨੇ। ਹੁਣ ਇਹ ਬਾਣੀ ਧਰਮ ਦੀ ਲੜਾਈ ਵੀ ਕਿਵੇਂ ਦੂਰ ਕਰਦੀ ਹੈ? ਕਿਉਂਕਿ ਆਰੰਭ ਵਿੱਚ ਸਤਿਗੁਰਾਂ ਨੇ ਇੱਕ ਬਚਨ ਕੀਤਾ, ਜਿਨ ਗੁਰ ਗੋਪਿਆ ਆਪਣਾ। ਗੋਪਿਆ ਸ਼ਬਦ ਦੇ ਦੋ ਅਰਥ ਕੀਤੇ ਨੇ ਭਾਈ ਕਾਹਨ ਸਿੰਘ ਨਾਭਾ ਨੇ। ਇੱਕ ਅਰਥ ਤੇ ਹੁੰਦਾ ਗੋਪਿਆ ਦਾ ਮਤਲਬ ਲੁਕਾਉਣਾ, ਗੋਪਿਆ ਦਾ ਭਾਵ ਲੁਕਾਉਣਾ ਛੁਪਾਉਣਾ, ਗੋਪਨੀਯਤਾ ਤੋਂ ਬਣਿਆ। ਪਰ ਜਿੱਥੇ ਭਾਈ ਕਾਹਨ ਸਿੰਘ ਨਾਭਾ ਤੇ ਡਾਕਟਰ ਸਾਹਿਬ ਸਿੰਘ ਹੋਣਾ, ਜਿਨ੍ਹਾਂ ਦੀ ਪਾਵਨ ਪੋਥੀ ਇਸ ਸਥਾਨ ਤੇ ਸਾਰੇ ਵਿਦਵਾਨ ਲੈ ਕਰਕੇ ਗੁਰੂ ਕੀ ਸ਼ਬਦ ਦੀ ਵਿਚਾਰ ਕਰਦੇ ਹੈ, ਉਹਨਾਂ ਨੇ ਗੋਪਿਆ ਦੇ ਅਰਥ ਕੀਤੇ ਨੇ ਨਿੰਦਿਆ। ਕਾਰਨ ਕੀ ਹੈ? ਜਿਹੜੀ ਨਿੰਦਿਆ ਸ਼ਬਦ ਹੈ ਨਾ ਸੰਗਤ ਜੀ, ਅਸਲ ਦੇ ਵਿੱਚ ਕਈ ਕਹਿੰਦੇ ਨੇ ਜੀ ਫਲਾਣੇ ਦੀ ਨਿੰਦਿਆ ਨਾ ਕਰੋ। ਸੱਚ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਾਰ-ਬਾਰ ਇਹ ਬਚਨ ਕਿਹਾ, ਨਿੰਦਾ ਭਲੀ ਕਿਸੇ ਕੀ ਨਾਹੀ, ਕਿਸੇ ਦੀ ਵੀ ਨਿੰਦਿਆ ਭਲੀ ਨਹੀਂ ਹੈ। ਜੇ ਨਿੰਦਿਆ ਕਰਨੀ ਹੈ, ਅਸਲ ਦੇ ਵਿੱਚ ਨਿੰਦਿਆ ਸ਼ਬਦ ਬਣਿਆ ਕਿਵੇਂ? ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ, ਜਿਨ੍ਹਾਂ ਲੰਮਾ ਸਮਾਂ ਇਸ ਸਥਾਨ ਤੇ ਕਥਾ ਕੀਤੀ, ਹਾਜ਼ਰੀਆਂ ਭਰੀਆਂ, ਉਹ ਕਹਿੰਦੇ ਅਸਲ ਵਿੱਚ ਕਿਸੇ ਦੇ ਗੁਣ ਨੂੰ ਔਗਣ ਬਣਾ ਕਰਕੇ ਪੇਸ਼ ਕਰਨਾ, ਇਹ ਕਿਸੇ ਦੀ ਨਿੰਦਿਆ ਹੋਇਆ ਕਰਦੀ। ਉਹ ਗੁਣ ਨੂੰ ਔਗਣ ਬਣਾ ਕੇ ਕਿਵੇਂ ਪੇਸ਼ ਕਰਨਾ? ਮੰਨ ਲਓ ਫੁੱਲ ਖਿੜਿਆ ਏ, ਖੁਸ਼ਬੂ ਵੰਡਦਾ ਏ, ਸਾਰੇ ਪਾਸੇ ਮਹਿਕ ਵੰਡਦਾ ਹੈ, ਲੋਕ ਉਹਦੀ ਸੁੰਦਰਤਾ ਦਾ ਆਨੰਦ ਲੈਂਦੇ ਹੈ, ਤੇ ਮੇਰੇ ਵਰਗਾ ਬੰਦਾ ਈਰਖਾ ਦੇ ਵਿੱਚ ਭਰਿਆ ਆਖੇ ਨਾ ਭਾਈ ਇਹ ਫੁੱਲ ਥੋੜੀ ਹੈ, ਇਹ ਤੇ ਕੰਡਾ ਹੈ, ਇਹਨੂੰ ਹੱਥ ਨਾ ਲਾ ਦਿਓ, ਇਹ ਬੜੀ ਤਕਲੀਫ ਹੋਏਗੀ। ਜੇ ਅਸੀਂ ਫੁੱਲ ਨੂੰ ਕੰਡਾ ਕਹੀਏ, ਇਹ ਫੁੱਲ ਦੀ ਨਿੰਦਿਆ ਹੋਇਆ ਕਰਦੀ ਹੈ। ਪਰ ਜੇ ਮੈਂ ਕੰਡੇ ਨੂੰ ਕੰਡਾ ਆਖੀ ਜਾਵਾਂ ਤੇ ਇਹ ਕੰਡੇ ਦੀ ਨਿੰਦਿਆ ਨਹੀਂ, ਇਹ ਸੱਚ ਦੀ ਵਿਚਾਰ ਹੋਇਆ ਕਰਦੀ। ਚੋਰ ਨੂੰ ਚੋਰ ਕਹਿਣਾ ਤੇ ਸਾਧ ਨੂੰ ਸਾਧ ਕਹਿਣਾ ਸਤਿਗੁਰਾਂ ਨੇ ਸਿਖਾਇਆ। ਤੇ ਜੇ ਅਸੀਂ ਕਹੀਏ ਕਿ ਇਹ ਕੰਡਾ ਨਹੀਂ ਇਹ ਫੁੱਲ ਹੈ, ਤੇ ਸੱਚ ਜਾਣਿਓ ਇਹ ਵੀ ਕੂੜ ਹੋਏਗਾ, ਇਹ ਝੂਠ ਹੋਏਗਾ, ਇਹ ਸੱਚ ਦੀ ਵਿਚਾਰ ਤੋਂ ਥਿੜਕਣ ਵਾਲਾ ਕਦਮ ਹੋਏਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਜਦੋਂ ਇਹ ਬਚਨ ਪੜ੍ਹੇ, ਜਿਨ ਗੁਰ ਗੋਪਿਆ ਆਪਣਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਆਰੰਭ ਵਿੱਚ ਬਖਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੋਪਿਆ ਭਾਵ ਨਿੰਦਾ ਕੀਤੀ। ਹੁਣ ਦੋਵੇਂ ਅਰਥ ਨੇ, ਇੱਕ ਹੈ ਲੁਕਾਉਣਾ, ਤੇ ਜੇ ਗੁਣ ਨੂੰ ਲੁਕਾ ਕੇ ਵੀ ਰੱਖੀਏ ਤੇ ਇਹ ਵੀ ਇੱਕ ਤਰੀਕੇ ਦੀ ਨਿੰਦਿਆ ਹੈ। ਗੁਰਮੁਖੋ, ਗੁਰੂ ਕੀ ਗੋਦ 'ਚ ਬੈਠੇ ਹੋ, ਜਦੋਂ ਅਸੀਂ ਗੁਰੂ ਦੀਆਂ ਵਡਿਆਈਆਂ ਤੇ ਸਿਫਤਾਂ ਨੂੰ ਲੁਕਾ ਕੇ ਰੱਖਦੇ ਹਾਂ, ਤੇ ਸੱਚ ਜਾਣਿਓ ਗੁਰੂ ਦੇ ਗੁਣ ਨੂੰ ਨਾ ਪ੍ਰਗਟ ਕਰਨਾ ਵੀ ਇੱਕ ਤਰੀਕੇ ਦੀ ਨਿੰਦਿਆ ਹੈ। ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਰਹੇ ਪੰਜਾਬੀ ਯੂਨੀਵਰਸਿਟੀ ਦੇ, ਉਹਨਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ, ਕਿਉਂਕਿ ਬੜੀਆਂ ਐਸੀਆਂ ਗੱਲਾਂ ਨੇ ਅੱਜ ਅਸੀਂ ਲੁਕਾਈਆਂ ਨੇ, ਅੱਜ ਅਸੀਂ ਦੁਨੀਆ ਨੂੰ ਦੱਸ ਨਾ ਸਕੇ ਕਿੱਡਾ ਵੱਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਖਜ਼ਾਨਾ ਹੈ, ਕਿੱਡੀਆਂ ਬਰਕਤਾਂ ਨੇ। ਅੱਜ ਗੁਰੂ ਕੇ ਸਿੱਖੋ, ਅੱਜ ਅਸੀਂ ਆਪਣੇ ਗੁਰੂ ਨੂੰ ਲੁਕਾਇਆ, ਤੇ ਗੁਰੂ ਨੂੰ ਲੁਕਾਉਣਾ ਵੀ ਇੱਕ ਤਰੀਕੇ ਦੀ ਨਿੰਦਿਆ ਹੋਇਆ ਕਰਦੀ ਹੈ। ਗੁਰੂ ਦੇ ਗੁਣ ਨੂੰ ਅਸੀਂ ਪ੍ਰਗਟ ਨਹੀਂ ਕਰ ਪਾ ਰਹੇ। ਤੇ ਡਾਕਟਰ ਜਸਪਾਲ ਸਿੰਘ, ਉਹਨਾਂ ਨੇ ਇੱਕ ਜ਼ਿਕਰ ਕੀਤਾ ਘਟਨਾ ਦਾ, ਜਿਸ ਵਕਤ ਇਸ ਭਾਰਤ ਦੇ ਰਾਸ਼ਟਰਪਤੀ ਅਬਦੁਲ ਕਲਾਮ ਜੀ ਸੀ, ਕਹਿੰਦੇ ਉਹਨਾਂ ਨੂੰ ਮਿਲਣ ਵਾਸਤੇ ਗਏ, ਤੇ ਦੁੱਗਲ ਸਾਹਿਬ ਨੇ ਉਹਨਾਂ ਦਿਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਆਖਿਆ ਇੱਕ ਤਰਜਮਾ ਤਿਆਰ ਕੀਤਾ ਸੀਗਾ, ਤੇ ਉਹਦਾ ਜਦੋਂ ਉਦਘਾਟਨ ਕਰਨਾ ਹੈ, ਇਨੋਗ੍ਰੇਸ਼ਨ ਕਰਨਾ ਹੈ, ਉਹਦੇ ਵਾਸਤੇ ਪਹਿਲਾਂ ਰਾਸ਼ਟਰਪਤੀ ਅਬਦੁਲ ਕਲਾਮ ਨੂੰ ਸੱਦਾ ਪੱਤਰ ਦੇਣ ਵਾਸਤੇ ਗਏ ਕਿ ਅਸੀਂ ਫਲਾਣੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਜੋ ਤਰਜਮਾ ਦੁੱਗਲ ਜੀ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਜੋ ਤਰਜਮਾ ਦੁੱਗਲ ਜੀ ਨੇ ਕੀਤਾ ਹੈ ਨਾ, ਇਹਦਾ ਇਨੋਗ੍ਰੇਸ਼ਨ ਕਰਨਾ ਹੈ, ਤੇ ਤੁਸੀਂ ਆਇਓ ਤੇ ਕੁਝ ਸ਼ਬਦ ਬੋਲਿਓ। ਤੇ ਇੱਕ ਬੁੱਕਲੈਟ, ਇੱਕ ਪੋਥੀ ਜਿਹੜੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿੱਚ ਬਰੀਫ ਜਾਣਕਾਰੀ, ਇਹ ਅਬਦੁਲ ਕਲਾਮ ਜੀ ਰਾਸ਼ਟਰਪਤੀ ਜੀ ਨੂੰ ਦੇ ਕੇ ਗਏ ਕਿ ਤੁਸੀਂ ਪੜ੍ਹਿਓ, ਜਾਣਿਓ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜਾ ਖਜ਼ਾਨਾ ਹੈ, ਤੇ ਫਿਰ ਆ ਕੇ ਉੱਥੇ ਵਿਚਾਰ ਤੁਸੀਂ ਆਪਣੇ 2 ਮਿੰਟ ਸਾਡੇ ਨਾਲ ਸਾਂਝੇ ਜ਼ਰੂਰ ਕਰਿਓ। ਕਹਿੰਦੇ ਜਿਸ ਵਕਤ, ਕਹਿੰਦੇ ਥੋੜ੍ਹੇ ਦਿਨਾਂ ਤੋਂ ਬਾਅਦ ਵਿੱਚ ਦੁਬਾਰਾ ਡਾਕਟਰ ਜਸਪਾਲ ਸਿੰਘ ਕਹਿੰਦੇ ਮੈਂ ਮਿਲਣ ਵਾਸਤੇ ਗਿਆ, ਤੇ ਜਾ ਕਰਕੇ ਫਿਰ ਜਦੋਂ ਉਹਨਾਂ ਕੋਲ ਸਮਾਂ ਮੰਗਿਆ ਕਿ ਤੁਸੀਂ ਹੁਣ ਗੁਰੂ ਗ੍ਰੰਥ ਸਾਹਿਬ ਬਾਰੇ ਪੜ੍ਹ ਚੁੱਕੇ ਹੋ, ਜਾਣਕਾਰੀ ਲੈ ਚੁੱਕੇ ਹੋ, ਸਾਨੂੰ ਸਮਾਂ ਦਿਓ, ਕਦੋਂ ਤੁਸੀਂ ਆ ਕੇ ਸਾਡੇ ਯੂਨੀਵਰਸਿਟੀ ਦੇ ਵਿੱਚ ਲੈਕਚਰ ਕਰੋਗੇ, ਵਿਚਾਰ ਕਰੋਗੇ। ਤੇ ਅੱਗੋਂ ਰਾਸ਼ਟਰਪਤੀ APJ ਅਬਦੁਲ ਕਲਾਮ ਬੜੇ ਹੈਰਾਨ ਜਿਹੇ ਹੋ ਕੇ ਸਵਾਲ ਕਰਦੇ ਹੈ, ਕਹਿੰਦੇ ਤੁਸੀਂ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਦੇ ਹੋ, ਮੈਨੂੰ ਇੱਕ ਗੱਲ ਦੱਸੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀ ਬਾਬੇ ਫਰੀਦ ਦੀ ਵੀ ਬਾਣੀ ਹੈ? ਅੱਗੋਂ ਡਾਕਟਰ ਜਸਪਾਲ ਸਿੰਘ ਕਹਿੰਦੇ ਹਾਂਜੀ, ਬਾਬੇ ਫਰੀਦ ਦੀ ਵੀ ਬਾਣੀ ਹੈ।
ਕਹਿੰਦੇ ਉਹ ਬਾਬਾ ਫਰੀਦ ਜਿਹੜਾ ਪਾਕ ਪਟਨ ਵਾਲਾ? ਕਹਿੰਦੇ ਹਾਂਜੀ ਉਹੀ, ਜਿਹੜੇ ਮੁਲਤਾਨ ਤੋਂ ਪਾਕ ਪਟਨ ਗਏ ਉਹ ਪਾਕ ਪਟਨ ਵਾਲੇ ਬਾਬਾ ਫਰੀਦ ਜੀ। ਕਹਿੰਦੇ ਉਹੀ ਬਾਬਾ ਫਰੀਦ ਜਿਹੜਾ ਸਾਡੇ ਵਾਲਾ ਬਾਬਾ ਫਰੀਦ ਹੈ? ਕਹਿੰਦੇ ਨਹੀਂ, ਤੁਹਾਡਾ ਨਹੀਂ, ਸਾਡਾ ਵੀ ਬਾਬਾ ਫਰੀਦ ਹੈ। ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਹੈ ਜਿਨ੍ਹਾਂ ਨੂੰ ਤੁਸੀਂ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਮੱਥਾ ਟੇਕਦੇ, ਉਹਦੇ ਵਿੱਚ ਬਾਬੇ ਫਰੀਦ ਦੀ ਬਾਣੀ ਹੈ। ਤੇ ਅੱਗੋਂ ਜਦੋਂ ਡਾਕਟਰ ਜਸਪਾਲ ਸਿੰਘ ਜੀ ਨੇ ਹਾਂਜੀ ਆਖਿਆ ਨਾ, ਤੇ ਅੱਗੋਂ ਪਤਾ ਕੀ ਕਹਿੰਦੇ ਅਬਦੁਲ ਕਲਾਮ ਜੀ? ਕਹਿੰਦੇ ਫਿਰ ਦੁਨੀਆ ਨੂੰ ਦੱਸਦੇ ਕਿਉਂ ਨਹੀਂ ਹੋ? ਦੁਨੀਆ ਨੂੰ ਦੱਸਦੇ ਕਿਉਂ ਨਹੀਂ ਹੋ ਕਿ ਜੇ ਰਾਸ਼ਟਰਪਤੀ ਹੋ ਕੇ ਮੈਨੂੰ ਅੱਜ ਪਤਾ ਲੱਗਾ ਏ ਤੇ ਭਲੇ ਉਹ ਦੁਨੀਆ ਨੂੰ ਕਿੰਨਾ ਕੁ ਪਤਾ ਲੱਗਾ ਹੋਏਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿੱਚ। ਮੈਂ ਇਹ ਬਚਨ ਤੁਹਾਡੇ ਨਾਲ ਤਾਂ ਸਾਂਝਾ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਬੇਅੰਤ ਖਜ਼ਾਨਿਆਂ ਨਾਲ ਭਰਪੂਰ ਹੈ। ਤੇ ਜਿਉਂ-ਜਿਉਂ ਕੋਈ ਸਿੱਖ ਇਸ ਬਾਣੀ ਨਾਲ ਜੁੜਦਾ ਹੈ, ਗੁਰੂ ਕੇ ਬਚਨਾਂ ਨਾਲ ਜੁੜਦਾ ਹੈ, ਅੱਜ ਸਾਰੀ ਮਨੁੱਖਤਾ ਜਿਹੜੀ ਹੈ ਪਿਆਸੀ ਭਟਕ ਰਹੀ ਹੈ, ਭੁੱਖੀ ਵਿਆਕੁਲ ਹੋ ਰਹੀ ਹੈ। ਤੇ ਉਸ ਦੁਨੀਆ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ। ਜਿਹੜੀ ਉਧਾਰ ਦੀ ਭੁੱਖ ਸੰਸਾਰ ਨੂੰ ਲੱਗੀ, ਉਹਨੂੰ ਦੂਰ ਕਰਨ ਵਾਸਤੇ ਮੈਂ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਤਿਆਰ ਕੀਤਾ। ਮੈਂ ਜਿਹੜੀ ਬੇਨਤੀ ਤੁਹਾਡੇ ਨਾਲ ਕਰ ਰਿਹਾ ਸੀ ਨਾ ਗੁਰਮੁਖੋ, ਕਿਉਂਕਿ ਸ਼ਬਦ ਦਾ ਮੂਲ ਭਾਵ ਸਮਝ ਆਉਂਦਿਆਂ ਫਿਰ ਅੱਖਰੀ ਅਰਥ ਕਰਨੇ ਆਸਾਨ ਹੋ ਜਾਇਆ ਕਰਦੇ। ਜਿਹੜਾ ਮੂਲ ਭਾਵ ਹੈ, ਅਸੀਂ ਗੁਰੂ ਨੂੰ, ਗੁਰੂ ਦੀ ਵਡਿਆਈਆਂ ਨੂੰ ਆਪਣੇ ਜੀਵਨ ਵਿੱਚ ਪਹਿਲਾਂ ਸਮਝਣਾ ਹੈ, ਫਿਰ ਦੂਜਿਆਂ ਨੂੰ ਦੱਸਣ ਦਾ ਯਤਨ ਕਰਨਾ। ਅੱਜ ਜਿੰਨੀਆਂ ਲੜਾਈਆਂ ਨੇ, ਅੱਜ ਉਹ ਲੜਾਈਆਂ ਦਾ ਕਾਰਨ ਹੈ ਅਗਿਆਨਤਾ। ਉਹ ਅਗਿਆਨਤਾ ਜਿਵੇਂ ਹਨੇਰੇ ਦੇ ਵਿੱਚ ਨਾ, ਕਹਿੰਦੇ ਕਿਸੇ ਥਾਂ ਤੇ ਕੋਈ ਹਾਥੀ ਆ ਗਿਆ ਤੇ ਉਹ ਹਾਥੀ ਦਿਖਦਾ ਤੇ ਹੈ ਨਹੀਂ ਸੀ ਕਿਸੇ ਨੂੰ। ਕਿਸੇ ਬੰਦੇ ਦਾ ਹਾਥੀ ਦੇ ਪੈਰਾਂ ਤੇ ਹੱਥ ਗਿਆ ਤੇ ਦਿਖਦਾ ਨਹੀਂ ਸੀ, ਹਨੇਰਾ ਸੀ, ਤੇ ਉਹ ਹੱਥ ਲਾ ਕੇ ਕਹਿੰਦਾ ਹੈ ਇੱਥੇ ਤੇ ਕਿਸੇ ਨੇ ਐਂ ਲੱਗਦਾ ਕੋਈ ਖੰਭਾ ਜਿਹਾ ਟਿਕਾਇਆ ਹੋਇਆ। ਇੰਨੇ ਨੂੰ ਦੂਜਾ ਅੱਗੇ ਵਧਿਆ, ਉਹਨੇ ਹਾਥੀ ਦੇ ਢਿੱਡ ਤੇ ਹੱਥ ਲਾਇਆ ਤੇ ਹੱਥ ਲਾ ਕੇ ਕਹਿੰਦਾ ਹੈ ਇੱਥੇ ਤੇ ਲੱਗਦਾ ਕਿਸੇ ਨੇ ਦੀਵਾਰ ਬਣਾਈ ਹੋਈ ਹੈ। ਤੀਜਾ ਅੱਗੇ ਵਧਿਆ, ਉਹਦਾ ਹਾਥੀ ਦੇ ਕੰਨਾਂ ਨੂੰ ਹੱਥ ਪੈ ਗਿਆ ਤੇ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਹੈ ਐਂ ਲੱਗਦਾ ਜਿਵੇਂ ਕਿਸੇ ਨੇ ਛੱਜ ਲਟਕਾਇਆ ਹੋਇਆ ਹੈ। ਇੰਨੇ ਨੂੰ ਚੌਥਾ ਵਧਿਆ, ਉਹ ਹਾਥੀ ਦੀ ਪੂਛ ਤੇ ਹੱਥ ਲਾਉਂਦਾ ਹੈ, ਕਹਿੰਦਾ ਹੈ ਇੱਥੇ ਤੇ ਕਿਸੇ ਨੇ ਝਾੜੂ ਲਟਕਾਇਆ। ਇੱਕ ਕਹਿੰਦਾ ਛੱਜ ਹੈ, ਇੱਕ ਕਹਿੰਦਾ ਝਾੜੂ ਹੈ, ਤੀਜਾ ਕਹਿੰਦਾ ਉੱਥੇ ਖੰਭਾ ਏ, ਚੌਥਾ ਕਹਿੰਦਾ ਉੱਥੇ ਦੀਵਾਰ ਖੜੀ ਹੈ। ਰੌਲਾ ਸਾਰੇ ਪਾ ਰਹੇ ਨੇ, ਸ਼ੋਰ ਸਾਰੇ ਮਚਾ ਰਹੇ ਨੇ, ਕੋਈ ਕਿਸੇ ਦੀ ਸੁਣਨ ਵਾਸਤੇ ਤਿਆਰ ਨਹੀਂ। ਤੇ ਹਰ ਬੰਦਾ ਹਨੇਰੇ ਵਿੱਚ ਜਿੰਨੀ ਕੁ ਕਿਸੇ ਨੂੰ ਸਮਝ ਲੱਗੀ, ਉਹ ਆਪਣੇ ਆਪ ਨੂੰ ਉੱਚਾ ਸੁੱਚਾ ਸੱਚਾ ਸਾਬਤ ਕਰ ਰਿਹਾ ਸੀ। ਜੋ ਮੈਂ ਕਹਿ ਰਿਹਾ, ਜੋ ਮੈਂ ਜਾਣਿਆ ਉਹੀ ਸੱਚ ਹੈ, ਬਾਕੀ ਤੁਸੀਂ ਸਾਰੇ ਝੂਠ ਬੋਲ ਰਹੇ ਹੋ। ਹਾਲਾਂਕਿ ਜਿੰਨੀ ਕਿਸੇ ਦੀ ਸਮਝ ਹੈ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ। ਜਿੰਨੀ ਕਿਸੇ ਨੂੰ ਸਮਝ ਆਈ, ਹੁਣ ਹਨੇਰਾ ਸੀ, ਦਿਖਦਾ ਤਾਂ ਹੈ ਨਹੀਂ ਸੀ, ਇੰਨੇ ਕੁ ਨੂੰ ਕਿਸੇ ਸੁਜਾਖੇ ਨੇ ਆ ਕੇ ਲਾਈਟ ਜਗਾਤੀ। ਜਿੱਦਾਂ ਹੀ ਲਾਈਟ ਜਗੀ ਨਾ ਗੁਰਮੁਖੋ, ਸਾਰਾ ਰੌਲਾ ਮੁੱਕ ਗਿਆ, ਲੜਾਈ ਮੁੱਕ ਗਈ, ਤੇ ਸਾਰੇ ਇੱਕ ਜ਼ਬਾਨ ਹੋ ਕੇ ਆਖਣ ਲੱਗੇ ਹੈ ਇਹ ਤੇ ਹਾਥੀ ਹੈ, ਇਹ ਤੇ ਸਾਰੀ ਲੜਾਈ ਕਿਉਂ ਮੁੱਕੀ? ਕਿਉਂਕਿ ਚਾਨਣ ਹੋ ਗਿਆ। ਜਦੋਂ ਗੁਰੂ ਗਿਆਨ ਦਾ ਚਾਨਣ ਜੀਵਨ ਵਿੱਚ ਕਰ ਦਿੰਦਾ ਹੈ ਨਾ, ਇਹ ਧਰਮ ਦੇ ਨਾਂ ਦੀਆਂ ਲੜਾਈਆਂ, ਜਾਤ ਦੇ ਨਾਂ ਤੇ ਆ ਲੜਾਈਆਂ, ਸਾਰੇ ਝਗੜੇ ਤੇ ਕਲੇਸ਼ ਮੁੱਕ ਜਾਂਦੇ ਨੇ। ਹੁਣ ਗੱਲ ਆਈ ਸਚਿਆਰ ਦੀ। ਸਿੱਖ ਦੇ ਜੀਵਨ ਦੀ ਮੰਜ਼ਿਲ ਹੈ ਸਚਿਆਰ ਹੋਣਾ। ਤੇ ਗੁਰੂ ਕੇ ਸਿੱਖਾ ਗੁਰੂ ਕੀ ਗੋਦ 'ਚ ਬੈਠਾ। ਹਰ ਬੰਦਾ ਕਹਿੰਦਾ ਜੀ ਮੇਰਾ ਧਰਮ ਆਹ ਕਹਿੰਦਾ ਹੈ, ਮੇਰਾ ਧਰਮ ਆਹ ਕਹਿੰਦਾ। ਅਸਲ ਵਿੱਚ ਧਰਮ ਵਾਸਤੇ ਇੱਕ ਸ਼ਬਦ ਵਰਤਿਆ ਗਿਆ ਪੰਥ। ਵੈਸੇ ਤੇ ਧਰਮ ਸ਼ਬਦ ਧਰੀ ਧਾਤੂ ਤੋਂ ਬਣਿਆ, ਜਿਹਦਾ ਮਤਲਬ ਹੈ ਧਾਰਨ ਕਰਨਾ, ਚੰਗੀ ਜੀਵਨ ਜਾਚ ਦੀ ਗੱਲ ਕੀਤੀ ਜਾਂਦੀ ਹੈ। ਪਰ ਜੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ, ਕਿਉਂਕਿ ਦੁਨੀਆ ਤੇ ਕਹਿੰਦੀ ਹੈ ਮੇਰਾ ਆਹ ਧਰਮ ਹੈ, ਮੇਰਾ ਆਹ ਧਰਮ ਹੈ, ਦੁਨੀਆ 'ਚ ਧਰਮ ਵੀ ਬੜੇ ਨੇ, ਤੇ ਜਿਹੜੇ ਧਰਮਾਂ ਦੀ ਗੱਲ ਕਰਦੇ ਆ ਨਾ, ਆਪੋ ਆਪਣੇ ਧਰਮ ਨੂੰ ਮਹਾਨ ਕਰਕੇ ਵੀ ਦੱਸਦੇ ਮੇਰਾ ਧਰਮ ਬੜਾ ਮਹਾਨ, ਮੇਰਾ ਧਰਮ ਬੜਾ ਮਹਾਨ। ਪਰ ਇੱਕ ਪੰਜਾਬੀ ਦੇ ਕਵੀ ਨੇ ਇੱਕ ਗੱਲ ਲਿਖੀ, ਕਹਿੰਦੇ ਆਪਣੇ ਧਰਮ ਨੂੰ ਮਹਾਨ ਕਹਿਣ ਵਾਲਿਓ, ਕਦੀ ਕਿਸੇ ਨੂੰ ਗਿਣਤੀ ਦੇ ਆਧਾਰ ਤੇ ਮਹਾਨਤਾ ਨਹੀਂ ਜੇ ਮਿਲੀ। ਜੇ ਕਿਸੇ ਦੀ ਗਿਣਤੀ ਬਹੁਤੀ ਹੈ ਨਾ, ਮਤਾਂ ਸਮਝ ਲਿਓ ਕਿ ਗਿਣਤੀ ਇਸ ਕੌਮ ਦੀ, ਇਸ ਧਰਮ ਦੀ ਜ਼ਿਆਦਾ ਹੈ, ਤੇ ਉਹ ਬੰਦਾ ਜ਼ਿਆਦਾ ਮਹਾਨ ਨੇ, ਉਹ ਕੌਮ ਮਹਾਨ ਹੈ। ਉਹਨੇ ਬੜੀ ਸੁੰਦਰ ਗੱਲ ਕਹੀ, ਕਹਿੰਦਾ ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਹੈ, ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਹੈ, ਕਦੇ ਗਿਣੋ ਨਾ ਉਸ ਦੇ ਮੁਰੀਦ ਕਿਤਨੇ, ਬੰਦੇ ਗਿਣੋ ਨਾ, ਸਗੋਂ ਇਹ ਕਰੋ ਗਿਣਤੀ ਕਿ ਉਸ ਕੌਮ ਵਿੱਚ ਹੋਏ ਸ਼ਹੀਦ ਕਿਤਨੇ। ਫੋਲ ਵੇਖੋ ਦੁਨੀਆ ਦੀਆਂ ਕੁੱਲ ਕੌਮਾਂ, ਵੇਖੋ ਕੌਣ ਨੀਵੀਂ ਤੇ ਕੌਣ ਉੱਚੀ,
ਜਿਸ ਕੌਮ ਵਿੱਚ ਹੋਏ ਸ਼ਹੀਦ ਬਹੁਤੇ, ਉਸੇ ਕੌਮ ਦੀ ਰਹਿਣੀ ਹੈ ਸਦਾ ਧੌਣ ਉੱਚੀ। ਦੁਨੀਆ ਦੀਆਂ ਕੁੱਲ ਕੌਮਾਂ ਦੇ ਵਿੱਚੋਂ ਜੇ ਵੇਖੋਗੇ ਤੇ ਇੱਕੋ ਇੱਕ ਸਿੱਖ ਪੰਥ ਹੈ, ਸਿੱਖ ਕੌਮ ਹੈ, ਸਿੱਖ ਧਰਮ ਹੈ, ਜਿਹੜੀਆਂ ਦੁਨੀਆ ਦੀਆਂ ਕੁੱਲ ਕੌਮਾਂ ਵਿੱਚ ਸਭ ਤੋਂ ਵੱਧ ਸ਼ਹਾਦਤਾਂ ਅਗਰ ਕਿਸੇ ਨੇ ਦਿੱਤੀਆਂ ਤੇ ਉਹ ਸਿੱਖੀ ਦੇ ਵਿੱਚ ਹੋਈਆਂ। ਮੈਂ ਬਚਨ ਤੁਹਾਡੇ ਨਾਲ ਤਾਂ ਸਾਂਝਾ ਕੀਤਾ ਕਿਉਂਕਿ ਜਿਸ ਧਰਤੀ ਤੇ ਤੁਸੀਂ ਬੈਠੇ ਹੋ ਨਾ, ਇਹ ਧਰਤੀ ਵੀ ਸ਼ਹੀਦਾਂ ਦੀ ਧਰਤੀ ਹੈ। ਇਸ ਥਾਂ ਤੇ ਸ਼ਹੀਦਾਂ ਦੀ ਗੱਲ ਕਰਨੀ ਵੀ ਬਣਦੀ। ਹੁਣ ਇੱਕ ਪਾਸੇ ਕੌਮ ਦੀ ਤਾਕਤ ਸ਼ਕਤੀ ਜਿਹੜੀ ਹੈ ਇਹ ਸ਼ਹਾਦਤਾਂ ਤੋਂ ਪਤਾ ਲੱਗਦੀ ਹੈ, ਤੇ ਦੁਨੀਆ ਵਿੱਚ ਸਭ ਤੋਂ ਵੱਧ ਸ਼ਹਾਦਤਾਂ ਸਿੱਖੀ ਨੂੰ ਕਮਾਉਣ ਵਾਲਿਆਂ ਨੇ ਦਿੱਤੀਆਂ ਕਿ ਮੇਰਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਗੱਲ ਤੇ ਸਮਝ ਆਉਣ ਦੀ ਹੈ ਨਾ, ਜਿਹਨੂੰ ਸਿੱਖੀ ਦੀ ਵਡਿਆਈ ਸਮਝ ਆ ਗਈ ਉਹ ਗੁਰੂ ਦਾ ਰਾਹ ਛੱਡ ਕੇ ਕਦੀ ਭਟਕਦਾ ਨਹੀਂ ਹੈ। ਹੁਣ ਗੱਲ ਆਈ ਸਚਿਆਰ ਬਣਨ ਦੀ। ਦੁਨੀਆ 'ਚ ਧਰਮ ਬੜੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਭਲਿਆ ਸੱਚ ਜਾਣੀ, ਦੁਨੀਆ ਵਿੱਚ ਧਰਮ ਇੱਕ ਹੀ ਹੈ। ਕਿੰਨੇ ਧਰਮ ਆ ਜੀ? ਇੱਕ ਧਰਮ, ਇੱਕੋ ਧਰਮ ਦ੍ਰਿੜ ਹੈ ਸੱਚ ਕੋਈ। ਗੱਲ ਸਚਿਆਰ ਤੇ ਆ ਕੇ ਰੁਕਣੀ ਹੈ, ਬੜੇ ਪਿਆਰ ਨਾਲ ਸਮਝਿਓ। ਧਰਮ ਇੱਕ ਹੈ, ਉਹ ਧਰਮ ਹੈ ਸੱਚ ਨੂੰ ਦ੍ਰਿੜ ਕਰ ਲੈਣਾ। ਇਸ ਗੱਲ ਨੂੰ ਸਮਝਣਾ ਹੈ। ਜਿਹਨੂੰ ਸੱਚ ਸਮਝ ਆ ਗਿਆ ਨਾ, ਉਹ ਸੱਚ ਦੇ ਰਾਹ ਤੋਂ ਕਦੀ ਪੈਰ ਪਿੱਛੇ ਨਹੀਂ ਹਟਾਉਂਦਾ। ਉਹ ਸੱਚ ਦੀ ਖਾਤਰ ਆਪਣਾ ਆਪਾ ਵਾਰ ਦਿੰਦਾ ਹੈ। ਉਹ ਸੱਚ ਦੇ ਕੋਲ ਬੈਠਦਾ ਹੈ, ਸੱਚ ਦੀ ਵਿਚਾਰ ਕਰਦਾ ਹੈ ਤੇ ਕੁੜਿਆਰਾਂ ਵਾਲਾ ਰਾਹ ਛੱਡ ਦਿੰਦਾ ਜਿਹਨੂੰ ਸੱਚ ਦੀ ਸਮਝ ਆ ਜੇ। ਗੱਲ ਤੇ ਸੱਚ ਦੀ ਸੀ। ਇਹ ਸੱਚ ਦਾ ਧਰਮ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ, ਕਿਉਂਕਿ ਜਦੋਂ ਇਹ ਜ਼ਿਕਰ ਪੜ੍ਹਦੇ ਹਾਂ ਹਰਿਦੁਆਰ ਦੀ ਧਰਤੀ, ਉਹ ਸਾਖੀ ਦਾ ਮੂਲ ਸਾਂਝਾ ਕਰਨਾ ਹੈ। ਗੱਲ ਸੱਚ ਦੀ ਵਿਚਾਰ, ਸਚਿਆਰ ਬਣਨ ਦੇ ਰਾਹ ਤੇ ਕਿਵੇਂ ਗੁਰੂ ਨਾਨਕ ਸਾਹਿਬ ਨੇ ਤੋਰਿਆ, ਕਿਉਂਕਿ ਸਾਖੀ ਤਾਂ ਲਗਭਗ ਸੁਣੀ ਹੈ ਪਰ ਉਹਦਾ ਤੱਤ ਜ਼ਰੂਰ ਸਮਝਣ ਦਾ ਯਤਨ ਕਰੀਏ। ਹਰਿਦੁਆਰ ਦੀ ਧਰਤੀ, ਵਿਸਾਖੀ ਦਾ ਮੇਲਾ, ਲੋਕਾਂ ਦੀ ਭਾਰੀ ਤਾਦਾਦ ਦੇ ਵਿੱਚ ਉੱਥੇ ਇਕੱਤਰਤਾ ਹੋਈ ਤੇ ਜਗਤ ਨੂੰ ਤਾਰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪਹੁੰਚੇ ਤੇ ਆਪਣੀਆਂ ਅੱਖਾਂ ਨਾਲ ਲੋਕਾਂ ਵੱਲ ਵੇਖਿਆ ਕਿ ਲੋਕ ਗੰਗਾ ਦੇ ਅੰਦਰ ਖਲੋਤੇ ਪਾਣੀ ਦੇ ਬੁੱਕ ਭਰਦੇ ਐ ਤੇ ਸੂਰਜ ਵਾਲੇ ਪਾਸੇ ਨੂੰ ਐਂ ਕਰਕੇ ਪਾਣੀ ਉਲਾਰ ਦਿੰਦੇ ਐ, ਤੇ ਮਨ ਵਿੱਚ ਉਹਨਾਂ ਦੇ ਵਿਚਾਰ ਹੈ ਕਿ ਸ਼ਾਇਦ ਅਸੀਂ ਧਰਮ ਕਮਾ ਰਹੇ ਹਾਂ ਤੇ ਇਹਦੇ ਨਾਲ ਸਾਡਾ ਧਰਮ ਨਿਭ ਜੇ। ਕਿਸੇ ਧਰਮ ਦੀ ਵਿਰੋਧਤਾ ਨਹੀਂ, ਨਾ ਬਾਬੇ ਨੇ ਕੀਤੀ, ਪਰ ਸਮਝਾਉਣ ਦਾ ਢੰਗ, ਕੁਰਬਾਨ ਜਾਈਏ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਤੋਂ, ਜਿਹੜੇ ਢੰਗ ਨਾਲ ਉਹ ਸਮਝਾ ਜਾਂਦੇ ਨੇ, ਦੁਨੀਆ ਆਪੇ ਹੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਤੁਰਦੀ ਹੈ। ਹੁਣ ਉੱਥੇ ਜਦੋਂ ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਪਿਆਰਿਓ ਆ ਕੀ ਕੰਮ ਕਰਦੇ ਹੋ? ਅੱਗੋਂ ਸਾਰੇ ਕਹਿੰਦੇ ਜੀ ਇਹ ਸੂਰਜ ਤੋਂ ਅੱਗੇ ਨਾ ਪਿੱਤਰ ਲੋਕ ਹੈ, ਮਰ ਚੁੱਕੇ ਵੱਡ ਵਡੇਰਿਆਂ ਦਾ ਨਿਵਾਸ ਸਥਾਨ ਹੈ, ਤੇ ਅਸੀਂ ਇਸ ਤਰ੍ਹਾਂ ਪਾਣੀ ਪਾ ਕੇ ਉਹਨਾਂ ਮਰ ਚੁੱਕੇ ਬਜ਼ੁਰਗਾਂ ਤੱਕ, ਪਿੱਤਰਾਂ ਤੱਕ ਪਾਣੀ ਪਹੁੰਚਾਉਣ ਦਾ ਕੰਮ ਕਰਦੇ ਹਾਂ। ਜਿਹੜੀ ਮਨੌਤ ਸੀ, ਜਿਹੜੀ ਵਿਚਾਰ ਸੀ, ਉਹ ਲੋਕਾਂ ਨੇ ਦੱਸ ਦਿੱਤੀ। ਧੰਨ ਗੁਰੂ ਨਾਨਕ ਸਾਹਿਬ ਨੇ ਕਿੰਤੂ ਨਹੀਂ ਕੀਤਾ, ਪਰੰਤੂ ਨਹੀਂ ਕੀਤਾ, ਉਹਨਾਂ ਦੇ ਧਰਮ ਤੇ ਕੋਈ ਕਟਾਕਸ਼ ਨਹੀਂ ਕੀਤਾ। ਉੱਥੇ ਹੀ ਮੇਰੇ ਪਾਤਸ਼ਾਹ ਮਹਾਰਾਜ ਗੰਗਾ ਦੇ ਵਿੱਚ ਖਲੋਤੇ ਪਾਣੀ ਦੀ ਬੁੱਕ ਭਰਦੇ। ਲੋਕਾਂ ਦਾ ਮੂੰਹ ਪੂਰਬ ਵੱਲ ਸੀ, ਪਰ ਧੰਨ ਗੁਰੂ ਨਾਨਕ ਸਾਹਿਬ ਪੱਛਮ ਵਾਲੇ ਪਾਸੇ ਨੂੰ ਮੁੱਖ ਕਰਦੇ ਆ। ਲੋਕ ਚੜ੍ਹਦੇ ਨੂੰ ਪਾਣੀ ਦੇ ਰਹੇ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਲਹਿੰਦਿਆਂ ਨੂੰ ਲਹਿੰਦੇ ਵਾਲੇ ਪਾਸੇ ਨੂੰ ਮੁੱਖ ਕਰਕੇ ਪੱਛਮ ਵਾਲੇ ਪਾਸੇ ਨੂੰ ਪਾਣੀ ਝਪਟ ਕੇ ਜਦੋਂ ਦੇਣ ਲੱਗ ਪਏ, ਲੋਕਾਂ ਦੀ ਭੀੜ ਇਕੱਠੀ ਹੋ ਗਈ। ਹੁਣ ਗੁਰੂ ਦੀ ਰਮਜ ਜਿਹਨੂੰ ਨਹੀਂ ਨਾ ਸਮਝ ਆਈ ਉਹ ਨਿੰਦਿਆ ਕਰੇਗਾ, ਉਹ ਔਗਣ ਬਣਾ ਕੇ ਪੇਸ਼ ਕਰ। ਜਿਨ੍ਹਾਂ ਨੂੰ ਨਹੀਂ ਸੀ ਸਮਝ, ਉਹ ਕਹਿੰਦੇ ਇਹ ਤੇ ਭੂਤਨਾ ਹੈ, ਇਹ ਬੇਤਾਲਾ ਹੈ, ਜਗਤ ਦੀ ਰੀਤ ਛੱਡ ਕੇ ਕਿਹੜੇ ਪਾਸੇ ਤੁਰ ਪਿਆ ਹੋਇਆ। ਜਿਹੜੇ ਬੰਦੇ ਖੁਦ ਗਲਤ ਰਾਹ ਪਏ ਹੋਣ ਨਾ, ਉਹ ਸਹੀ ਰਾਹ ਤੁਰਨ ਵਾਲਾ ਬੰਦਾ ਵੀ ਉਹਨਾਂ ਨੂੰ ਗਲਤ ਰਾਹ ਤੇ ਤੁਰਦਾ ਨਜ਼ਰ ਆਉਂਦਾ ਹੈ। ਜਦੋਂ ਸਤਿਗੁਰੂ ਪਾਤਸ਼ਾਹ ਨੂੰ ਕੋਈ ਕਹਿੰਦਾ ਹੈ ਭੂਤਨਾ, ਕੋਈ ਕਹਿੰਦਾ ਹੈ ਬੇਤਾਲਾ, ਇਹ ਬਾਬੇ ਨੇ ਬਾਣੀ ਵਿੱਚ ਆਪਣੇ ਬਾਰੇ ਵਿੱਚ ਬਚਨ ਕਹੇ ਨੇ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਇਹ ਵੀ ਨਿੰਦਿਆ ਹੈ, ਗੁਰੂ ਦੇ ਗੁਣ ਨਹੀਂ ਵੇਖਿਆ ਤੇ ਇਹ ਵੇਖਣਾ ਸ਼ੁਰੂ ਕਰਤਾ। ਲੋਕ ਰੀਤ ਛੱਡ ਕੇ ਗੁਰੂ ਦੂਜੇ ਪਾਸੇ ਨੂੰ ਪਾਣੀ ਕਿਉਂ ਸੁੱਟ ਰਿਹਾ? ਲੋਕ ਪੁੱਛਦੇ ਇਹ ਕੀ ਕਰ ਰਹੇ ਹੋ? ਸਤਿਗੁਰੂ ਪਾਤਸ਼ਾਹ ਨੇ ਕਿਹਾ ਉਹੀ ਜੋ ਤੁਸੀਂ ਕਰ ਰਹੇ ਹੋ। ਕਹਿੰਦੇ ਅਸੀਂ ਤੇ ਸੂਰਜ ਤੋਂ ਅੱਗੇ ਪਿਤਰਾਂ ਨੂੰ ਪਾਣੀ ਦਿੰਦੇ ਆ, ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਵੀ ਪਾਣੀ ਦੇ ਰਿਹਾ। ਕਹਿੰਦੇ ਕਿੱਥੇ? ਕਹਿੰਦੇ ਮੈਂ ਨਾ ਪੰਜਾਬੋਂ ਬੜੇ ਦਿਨਾਂ ਦਾ ਆਇਆ, ਮੇਰੇ ਖੇਤ ਸੁੱਕ ਰਹੇ ਨੇ ਤੇ ਉਹਨਾਂ ਖੇਤਾਂ ਤੱਕ ਪਾਣੀ ਦੇਣ ਵਾਸਤੇ ਤੁਸੀਂ ਤਰੀਕਾ ਬੜਾ ਸੋਹਣਾ ਦੱਸਤਾ, ਤੇ ਮੈਂ ਵੀ ਬੁੱਕ ਭਰ ਕੇ ਪਾਣੀ ਪੰਜਾਬ ਦੀ ਧਰਤੀ ਤੇ ਆਪਣੇ ਖੇਤਾਂ ਨੂੰ ਦੇ ਰਿਹਾ। ਉਹ ਲੋਕ ਕਹਿੰਦੇ ਤੈਨੂੰ ਸਮਝ ਨਹੀਂ, ਤੇਰਾ ਸੁੱਟਿਆ ਪਾਣੀ ਤੇ ਇੱਥੇ ਡਿੱਗ ਰਿਹਾ ਹੈ। ਬਾਬਾ ਤੇਰਾ ਪਾਣੀ ਪੰਜਾਬ ਦੀ ਧਰਤੀ 300-400 ਮੀਲ ਦੂਰ ਹੈ, ਕਿਵੇਂ ਪਹੁੰਚ ਜਾਏਗਾ? ਅੱਗੋਂ ਸਤਿਗੁਰੂ ਪਾਤਸ਼ਾਹ ਨੇ ਕਿਹਾ ਜੇ ਮੇਰਾ ਸੁੱਟਿਆ ਪਾਣੀ
ਧਰਤੀ ਤੇ ਇਸ ਥਾਂ ਤੇ ਖਲੋਤਿਆਂ ਧਰਤੀ ਤੇ ਹੀ 300-400 ਮੀਲ ਨਹੀਂ ਪਹੁੰਚ ਸਕਦਾ। ਤੇ ਤੁਸੀਂ ਮੈਨੂੰ ਇਹ ਦੱਸੋ, ਤੁਹਾਡਾ ਸੁੱਟਿਆ ਪਾਣੀ ਸੂਰਜ ਤੋਂ ਕਰੋੜਾਂ ਮੀਲ ਅੱਗੇ ਪਹੁੰਚ ਜਾਏਗਾ? ਬਸ ਇੱਕ ਸਵਾਲ ਪਾਤਾ ਬਾਬੇ ਨਾਨਕ ਨੇ, ਜਿਨ੍ਹਾਂ ਨੂੰ ਸਮਝ ਆ ਗਈ ਕਿ ਜੇ ਧਰਤੀ ਤੋਂ ਸੁੱਟਿਆ ਪਾਣੀ ਇੱਥੇ ਦਾ ਇੱਥੇ ਹੈ, ਇਹ ਪੰਜਾਬ ਤੱਕ ਨਹੀਂ ਪਹੁੰਚ ਸਕਦਾ, ਤੇ ਸਾਡਾ ਵੀ ਪਾਣੀ ਇੰਨੀ ਦੂਰ ਨਹੀਂ ਪਹੁੰਚ ਸਕਦਾ। ਜਿਹਨੂੰ ਸੱਚ ਸਮਝ ਆ ਗਈ ਉਹ ਕਹਿੰਦੇ ਫਿਰ ਪਾਤਸ਼ਾਹ ਤੂੰ ਦੱਸ ਕਿਵ ਸਚਿਆਰਾ ਹੋਈਏ, ਸਾਨੂੰ ਦੱਸ ਪਾਤਸ਼ਾਹ ਸਚਿਆਰ ਕਿਵੇਂ ਬਣਨਾ ਹੈ, ਤੇਰੇ ਕੋਲੋਂ ਸੱਚ ਦੀ ਸਮਝ ਲੈਣੀ ਹੈ। ਫਿਰ ਪਾਣੀ ਦਈਏ ਕਿੱਥੇ? ਪਾਣੀ ਦੇਣਾ ਮਾੜੀ ਗੱਲ ਹੈ ਪਿਤਰਾਂ ਨੂੰ? ਤੇ ਬਾਬੇ ਨੇ ਕਿਹਾ ਪਾਣੀ ਦੇਣਾ ਮਾੜੀ ਗੱਲ ਨਹੀਂ, ਪਰ ਜੇ ਪਾਣੀ ਦੇਣਾ ਏ ਤੇ ਜਿਉਂਦਿਆਂ ਜੀ ਆਪਣੇ ਮਾਪਿਆਂ ਨੂੰ ਪਾਣੀ ਦਿਓ। ਜਿਸ ਵੱਖ-ਵੱਖ ਥਾਵਾਂ ਤੇ ਅੱਜ ਵੀ ਤੁਸੀਂ ਹਾਜ਼ਰੀ ਭਰ ਰਹੇ ਹੋ, ਆ ਪਿਆਊ ਲੱਗੇ ਨੇ, ਛਬੀਲਾਂ ਲੱਗੀਆਂ ਹੋਈਆਂ ਨੇ, ਦਿਨ ਰਾਤ ਲੋਕੀ ਤੇ 20-20 ਰੁਪਈਏ 40-40 ਰੁਪਈਏ ਲੀਟਰ ਪਾਣੀ ਵੇਚ ਰਹੇ ਹੈ। ਪਰ ਧੰਨ ਹੈ ਗੁਰੂ ਕੇ ਪਿਆਰ ਵਾਲੇ, ਉਹ ਨਹੀਂ ਵੇਖਦੇ ਕਿਸੇ ਦੀ ਜਾਤ ਕੀ ਹੈ, ਧਰਮ ਕੀ ਹੈ, ਮਜ਼ਹਬ ਕੀ ਹੈ। ਉਹ ਦਿਨ ਰਾਤ ਅੱਜ ਵੀ ਗੁਰੂ ਨਾਨਕ ਦੀ ਸਿੱਖਿਆ ਨੂੰ ਕਮਾਉਣ ਵਾਲੇ ਪਿਆਸਿਆਂ ਨੂੰ ਪਾਣੀ ਪਿਲਾਈ ਜਾ ਰਹੇ। ਜੰਗ ਦੇ ਮੈਦਾਨ 'ਚ ਵੀ ਸਿੱਖਾਂ ਨੇ ਪਾਣੀ ਪਿਲਾਉਣਾ ਭਾਈ ਕਨ੍ਹਈਏ ਦੇ ਰੂਪ ਵਿੱਚ ਕਦੀ ਛੱਡਿਆ ਨਹੀਂ ਸੀ। ਗੱਲ ਹੈ ਸਿੱਖੀ ਨੂੰ ਸਮਝਣ ਦੀ। ਬਾਬੇ ਨੇ ਕਿਹਾ ਪਾਣੀ ਦਿਓ, ਪਰ ਜਿਉਂਦਿਆਂ ਜੀ ਬਜ਼ੁਰਗਾਂ ਨੂੰ ਪਾਣੀ ਪਿਲਾਓ, ਉਹਨਾਂ ਨੂੰ ਪ੍ਰਸ਼ਾਦਾ ਛਕਾਓ। ਤੇ ਬਾਣੀ ਜਦੋਂ ਆਪਾਂ ਗੁਰੂ ਕੀ ਪੜ੍ਹਦੇ ਹਾਂ, ਜੀਵਤ ਪਿਤਰ ਨਾ ਮਾਨੇ ਕਉ ਮੋਏ ਸ਼ਰਾਧ ਕਰਾਹੀ, ਪਿੱਤਰ ਪੀ ਬਪਰੇ ਕਉ ਕਿਉਂ ਪਾਵੇਂ, ਕਊਆ ਕੁੱਕਰ ਖਾਹੀ। ਹੁਣ ਤੇ ਟੀਵੀਆਂ ਨਾਟਕਾਂ 'ਚ ਵੀ ਇਹ ਚੀਜ਼ਾਂ ਪ੍ਰਗਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਭਲਿਓ ਇਹ ਸ਼ਰਾਧਾਂ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਮੰਨਦਾ ਉਹਨੂੰ ਮੁਬਾਰਕ ਹੋਵੇ। ਪਰ ਜਿਹਨੇ ਆ ਕੇ ਸਵਾਲ ਕੀਤਾ ਨਾ ਮੇਰੇ ਪਾਤਸ਼ਾਹ ਸਾਨੂੰ ਦੱਸ ਕਿਵ ਸਚਿਆਰਾ ਹੋਈ ਹੈ, ਉਹ ਫਿਰ ਸਚਿਆਰ ਬਣਨ ਵਾਲਾ ਫਿਰ ਜਦੋਂ ਬਾਬੇ ਤੋਂ ਪੁੱਛਦਾ ਏ, ਫਿਰ ਉਹ ਸ਼ਰਾਧਾਂ ਵਰੀਣਿਆਂ ਦੇ ਵਹਿਮਾਂ ਭਰਮਾਂ 'ਚ ਕਦੇ ਨਹੀਂ ਫਸਦਾ। ਉਹ ਜਿਉਂਦਿਆਂ ਜੀ ਪਹਿਲਾਂ ਆਪਣੇ ਮਾਪਿਆਂ ਦੀ ਸੇਵਾ ਕਰਦਾ ਏ, ਤੇ ਮਾਪਿਆਂ ਦੀ ਸੇਵਾ ਦੇ ਨਾਲ ਨਾਲ ਆਲਾ ਦੁਆਲਾ ਤੇ ਸਮਾਜ ਵੇਖ ਕੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਪਾਈਏ ਦੇ ਰਾਹ ਤੇ ਤੁਰਦਾ। ਇਹ ਸਚਿਆਰ ਮਨੁੱਖਾਂ ਦੀ ਅਵਸਥਾ ਹੈ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਬਖਸ਼ਿਸ਼ ਕਰਦੇ ਨੇ, ਭਲਿਓ ਗੁਰੂ ਦੀਆਂ ਤੇ ਵਡਿਆਈਆਂ ਬੇਅੰਤ ਨੇ, ਕਿੱਡਾ ਮਹਾਨ ਖਜ਼ਾਨਾ ਹੈ। ਜਿਵੇਂ ਸਮੁੰਦਰ ਦੇ ਅੰਦਰ ਕੀਮਤੀ ਰਤਨ ਭਰੇ ਹੋਏ ਨੇ ਨਾ, ਗੁਰੂ ਦੇ ਕੋਲ ਏਡੀਆਂ ਵਡਿਆਈਆਂ ਨੇ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਪਰ ਕੋਈ ਗੁਰੂ ਕੋਲ ਜਾਵੇ ਤੇ ਗੁਰੂ ਦੇ ਕੋਲ ਤੇ ਹਮੇਸ਼ਾ ਸ਼ਬਦ ਦਾ ਮੀਂਹ ਪੈਂਦਾ ਹੈ। ਕੋਈ ਬੰਦਾ ਛਾਤਾ ਲੈ ਕਰਕੇ ਮੀਂਹ ਵਿੱਚ ਚਲੇ ਜਾਏ ਤੇ ਮੀਂਹ ਦੀਆਂ ਕਣੀਆਂ ਉਹਦੇ ਤਨ ਤੇ ਨਾ ਪੈਣ, ਤੇ ਇਹਦੇ ਵਿੱਚ ਦੋਸ਼ ਬਰਸਾਤ ਦਾ ਜਾਂ ਮੀਂਹ ਦਾ ਨਹੀਂ, ਉਸ ਬੰਦੇ ਦਾ ਆਪਣਾ ਹੋਇਆ ਕਰਦਾ ਹੈ, ਕਿਉਂਕਿ ਉਹਨੇ ਆਪਣੇ ਸਿਰ ਤੇ ਛਾਤਾ ਲਿਆ ਹੋਇਆ। ਇਸੇ ਤਰ੍ਹਾਂ ਮੀਂਹ ਤੇ ਸਾਰੀਆਂ ਥਾਵਾਂ ਤੇ ਪੈਂਦਾ ਹੈ, ਪਰ ਰੁਕਦਾ ਉਹਨਾਂ ਥਾਵਾਂ ਤੇ ਜਾ ਕੇ ਹੈ ਜਿਹੜੀਆਂ ਥਾਵਾਂ ਨੀਵੀਆਂ ਹੁੰਦੀਆਂ ਨੇ। ਤੇ ਨੀਵੀਆਂ ਥਾਵਾਂ ਤੇ ਪਾਣੀ ਟਿਕ ਜਾਏਗਾ, ਪਰ ਟਿੱਬੇ ਖਾਲੀ ਰਹਿ ਜਾਂਦੇ। ਜਿਹੜੇ ਗੁਰੂ ਕੋਲ ਆਉਂਦੇ ਨੇ ਨਿਮਾਣੇ ਬਣ ਕੇ, ਆ ਵੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੋਂ ਗੁਰਦੁਆਰੇ ਬਣਨ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਪ੍ਰੈਕਟੀਕਲੀ ਰੂਪ ਦੇ ਕੇ ਸੁਗਾਤ ਬਖਸ਼ਿਸ਼ ਕੀਤੀ। ਦੁਨੀਆ 'ਚ ਬੜੇ ਮੰਦਰ ਸੀ, ਪਰ ਇੱਕੋ ਇੱਕ ਧਰਮ ਦਾ ਅਸਥਾਨ ਬਣਾਇਆ। ਪਹਿਲਿਆਂ ਧਾਰਮਿਕ ਸਥਾਨਾਂ 'ਚ ਲੋਕ ਪੌੜੀਆਂ ਚੜ੍ਹ ਕੇ ਜਾਂਦੇ ਰਹੇ, ਪਰ ਜਦੋਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੀ ਗੱਲ ਕਰੀਏ, ਜਿਹਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਰੂਪ ਵਿੱਚ ਤੁਸੀਂ ਸਿਜਦੇ ਕਰਦੇ ਹੋ, ਸਤਿਕਾਰ ਕਰਦੇ ਹੋ, ਮੈਨੂੰ ਕੋਈ ਝਾਤ ਮਾਰ ਕੇ ਦੱਸੋ ਕਦੀ ਅਸੀਂ ਪੌੜੀਆਂ ਚੜ੍ਹ ਕੇ ਗਏ? ਹਰ ਥਾਂ ਤੋਂ ਉਤਰ ਕੇ ਜਾਣੇ। ਇੱਕ ਤਰੀਕਾ ਉਸ ਸਥਾਨ ਤੇ ਇੱਕ ਢੰਗ ਦੱਸਿਆ ਗੁਰੂ ਘਰ ਆਉਣ ਦਾ। ਅੱਜ ਜਦੋਂ ਵੀ ਗੁਰੂ ਘਰ ਆਵੇਂ ਉੱਥੇ ਪੌੜੀਆਂ ਉਤਰ ਕੇ ਦਾ ਭਾਵ ਸੀ ਨਿਮਾਣਾ ਹੋ ਕੇ ਜਾ, ਗੁਰੂ ਦੀਆਂ ਬਖਸ਼ਿਸ਼ਾਂ ਮਿਲਣਗੀਆਂ। ਤੇ ਟਿੱਬੇ ਖਾਲੀ ਦੇ ਖਾਲੀ ਰਹਿ ਜਾਂਦੇ ਨੇ। ਫਰੀਦਾ ਗਰਭ ਜਿੰਨਾ ਵਡਿਆਈਆਂ, ਧਨ ਜੋਬਨ ਆਗਾ, ਖਾਲੀ ਚੱਲੇ ਧਣੀ ਸਿਉ, ਟਿੱਬੇ ਜਿਉ ਮੀਹਾਂ, ਉਹ ਖਾਲੀ ਦੇ ਖਾਲੀ ਰਹਿ ਜਾ। ਗੁਰੂ ਤੇ ਸਾਰਿਆਂ ਤੇ ਇੱਕੋ ਜੀ ਬਖਸ਼ਿਸ਼ ਕਰਦਾ ਹੈ, ਪਰ ਹੰਕਾਰੀ ਬੰਦਾ ਜਿਹੜਾ ਮਨ ਕਰਕੇ ਬੜਾ ਸਿਆਣਾ ਹੈ, ਉਹ ਗੁਰੂ ਦੀ ਵਡਿਆਈ ਨਹੀਂ ਜਾਣਦਾ। ਤੇ ਇੱਕ ਬਚਨ ਮੈਂ ਕਹਿ ਕੇ ਸ਼ਬਦ ਦੀ ਵਿਚਾਰ ਵਾਲੇ ਪਾਸੇ ਆਵਾਂ। ਜਦੋਂ ਹੁਣੇ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਨਾ, ਤੇ ਆਸਾ ਕੀ ਵਾਰ ਬਾਣੀ ਵਿੱਚ ਧੰਨ ਸਤਿਗੁਰਾਂ ਦੇ ਇਹ ਬਚਨ, ਨਾਨਕ ਗੁਰੂ ਨਾ ਚੇਤਨੀ, ਭਲਿਆ ਤੂੰ ਗੁਰੂ ਦੀ ਵਡਿਆਈ ਨਹੀਂ ਕਰਦਾ, ਗੁਰੂ ਦੀ ਚਰਨ ਸ਼ਰਨ ਵਿੱਚ ਨਹੀਂ ਪੈਂਦਾ। ਮਨ ਆਪਣੇ ਸੁਚੇਤ ਮਨ ਕਰਕੇ ਬੜਾ ਸਿਆਣਾ, ਮੈਂ ਤੇ ਪੜ੍ਹਿਆ ਲਿਖਿਆ ਬੜਾ, ਵਿਦਵਾਨ ਬੜਾ, ਸਿਆਣਾ ਬੜਾ, ਮੇਰੇ ਤੋਂ ਵਧੀਆ ਵਿਦਵਾਨ ਸਿਆਣਾ ਕੌਣ ਹੋਏਗਾ? ਮਨ ਆਪਣੇ ਸੁਚੇਤ। ਤੇ ਅਗਲਾ ਬਚਨ ਸਾਰਿਆਂ ਨੂੰ ਯਾਦ ਹੈ, ਛੁੱਟੇ ਤਿਲ ਬੁਆੜ ਜਿਉ, ਬੁਆੜ ਤਿਲ, ਉਹ ਜਿਹੜੇ ਤਿਲ ਖੇਤ ਦੇ ਵਿੱਚ ਦੇਖੋ ਫਲਦੇ ਵੀ ਨੇ ਫੁੱਲਦੇ ਵੀ ਨੇ,
ਪਰ ਉਹਨਾਂ ਦੇ ਵਿੱਚ ਸਵਾਹ ਪੈਂਦੀ ਹੈ। ਬੇਸ਼ੱਕ ਕਈ ਗੱਡਰੀਏ ਜਾਂਦੇ ਨੇ, ਭੇਡਾਂ ਬੱਕਰੀਆਂ ਚਾਰਨ ਵਾਲੇ ਹੱਥ ਮਾਰਦੇ, ਕੋਈ ਮੂੰਹ ਮਾਰਦਾ, ਕੋਈ ਜਾਨਵਰ ਮੂੰਹ ਮਾਰਦਾ ਹੈ, ਕੋਈ ਡੰਡੇ ਮਾਰਦਾ ਹੈ, ਸੈਂਕੜੇ ਉਹਨਾਂ ਦੇ ਖਸਮ ਰਾਖੇ ਬਣ ਜਾਂਦੇ ਨੇ, ਪਰ ਸੱਚ ਜਾਣਿਓ ਉਹਨਾਂ ਦੇ ਪੱਲੇ ਤੇਲ ਨਹੀਂ ਪੈਂਦਾ, ਉਹਨਾਂ ਦੀ ਕੀਮਤ ਬਾਜ਼ਾਰ 'ਚ ਨਹੀਂ ਪੈਂਦੀ। ਉਹ ਫਲਦੇ ਫੁੱਲਦੇ ਤੇ ਜ਼ਰੂਰ ਨੇ, ਪਰ ਅੰਦਰ ਉਹਨਾਂ ਦੇ ਕੇਵਲ ਸਵਾਹ ਹੁੰਦੀ ਹੈ। ਤੇ ਗੁਰੂ ਤੋਂ ਸਖਣਾ ਮਨੁੱਖ ਵੀ ਹਾਲਤ ਐਸੀ ਹੈ ਕਿ ਫਲੀਆਂ ਫੁੱਲੀਆਂ ਬੱਪੜੇ ਪੀ ਤਨ ਵਿੱਚ ਸਵਾ, ਛੁੱਟੇ ਤਿਲ ਬਿਵਾੜ ਜਿਉਂ ਸੁਈਏ ਅੰਦਰ ਖੇਤ, ਖੇਤੈਂ ਅੰਦਰ ਛੁੱਟਿਆਂ ਕਹੋ ਨਾਨਕ ਸੌ ਨਾ, ਫਲੀਆਂ ਫੁੱਲੀਆਂ ਬੱਪੜੇ ਭੀ ਤਨ ਵਿੱਚ ਸਵਾ। ਉਹ ਖੋਟੇ ਤੇ ਨਿਕਸਮੇ ਆਪਣੀ ਕਮੀ ਨਾ ਵੇਖ ਕੇ, ਜਿਵੇਂ ਰੋਗੀ ਨੂੰ ਸਾਰੇ ਰੋਗੀ ਨਜ਼ਰ ਆਉਂਦੇ ਨੇ, ਜਿਹੜਾ ਖੁਦ ਚੋਰ ਹੈ, ਖੁਦ ਔਗਣਾਂ ਦਾ ਭਰਿਆ ਹੈ, ਉਹ ਗੁਰੂ ਵਾਲੇ ਪਾਸੇ ਵੀ ਸਵਾਲ ਕਰਕੇ ਗੁਰੂ ਵੱਲ ਕਮੀਆਂ ਵੇਖ ਕੇ ਗੁਰੂ ਦੀ ਨਿਤ ਨਿੰਦਿਆ ਕਰਦਾ ਹੈ, ਕਮੀਆਂ ਗੁਰੂ ਵਿੱਚ ਵੇਖਦਾ ਹੈ। ਤੇ ਸਾਹਿਬ ਫਿਰ ਬਖਸ਼ਿਸ਼ ਕਰਦੇ, ਜਿਨ ਗੁਰ ਗੋਪਿਆ ਆਪਣਾ, ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ, ਗੁਰੂ ਦੀ ਵਡਿਆਈ ਨਾ ਜਾਣ ਕੇ ਗੁਰੂ ਦੇ ਵਿੱਚ ਔਗਣ ਵੇਖਦੇ ਐ, ਤੇ ਸਠੌਰ ਨਠਾਓ, ਉਹਨੂੰ ਲੋਕ ਤੇ ਪਰਲੋਕ ਵਿੱਚ ਕਿਤੇ ਥਾਂ ਢੋਈ ਨਹੀਂ ਮਿਲਦੀ। ਹਲਤ ਪਲਤ ਦੋਵੇਂ ਗਏ ਦਰਗਹਿ ਨਾਹੀ ਥਾਓ। ਗੁਰੂ ਤੋਂ ਸਖਣਾ ਮਨੁੱਖ ਲੋਕ ਵੀ ਗਵਾ ਲੈਂਦਾ ਹੈ ਤੇ ਪਰਲੋਕ ਵੀ ਗਵਾ ਲੈਂਦਾ, ਕਿਉਂਕਿ ਗੁਰੂ ਪਹਿਲਾਂ ਲੋਕ ਸਵਾਰਦਾ ਹੈ, ਫਿਰ ਪਰਲੋਕ ਉਹਦਾ ਆਪਣੇ ਆਪ ਸਵਰ ਜਾਂਦਾ। ਜਿਵੇਂ ਭਾਈ ਲਹਿਣਾ ਜੀ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਬਖਸ਼ਿਸ਼ਾਂ ਜਿਨ੍ਹਾਂ ਨੇ ਲਈਆਂ, ਭਾਈ ਲਹਿਣੇ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਕੋਲ ਗਏ ਨਾ, ਤੇ ਜਦੋਂ ਇੱਕ ਦਿਨ ਵਾਪਸ ਘਰ ਆਏ, ਖਡੂਰ ਸਾਹਿਬ ਦੀ ਧਰਤੀ, ਸਾਹਿਬ ਤੇ ਬਾਅਦ ਸ਼ਬਦ ਜੁੜਿਆ, ਖਡੂਰ ਦੀ ਧਰਤੀ ਆਏ, ਤੇ ਮਾਤਾ ਖੀਵੀ ਗੁਰੂ ਅੰਗਦ ਸਾਹਿਬ ਦੇ ਮਹਿਲ ਭਾਈ ਲਹਿਣਾ ਜੀ ਅਜੇ ਨਾਂ ਕਰਕੇ ਲੋਕ ਜਾਣਦੇ ਆ। ਤੇ ਜਦੋਂ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਇੰਨੇ ਦਿਨ ਹੋ ਗਏ ਗੁਰੂ ਨਾਨਕ ਸਾਹਿਬ ਦੇ ਕੋਲ ਰਹਿੰਦੇ ਆ, ਕਿ ਤੁਹਾਨੂੰ ਇਹੋ ਜਿਹਾ ਗੁਰੂ ਮਿਲਿਆ ਜਿਹੜਾ ਘਰ ਛਡਾਉਂਦਾ, ਘਰੇ ਰਹੋ, ਬੰਦਗੀ ਕਰੋ, ਜਪ ਤਪ ਕਰੋ, ਮੈਂ ਤੁਹਾਡੀ ਸੇਵਾ ਕਰਾਂਗੀ, ਤੁਹਾਡੀ ਭਗਤੀ 'ਚ ਕਦੇ ਵਿਘਨ ਨਹੀਂ ਪਾਵਾਂਗੀ, ਤੇ ਤੁਹਾਨੂੰ ਇਹੋ ਜਿਹਾ ਹੀ ਗੁਰੂ ਮਿਲਿਆ ਜਿਹੜਾ ਘਰ ਛਡਾਉਂਦਾ ਹੈ। ਤੇ ਬੜੇ ਪਿਆਰੇ ਬਚਨ ਕਹੇ ਸੀ ਭਾਈ ਲਹਿਣਾ ਜੀ ਨੇ, ਭਾਗਵਾਨੇ ਮੈਨੂੰ ਉਹ ਗੁਰੂ ਨਹੀਂ ਮਿਲਿਆ ਜਿਹੜਾ ਘਰ ਛਡਾਉਂਦਾ ਹੈ, ਮੈਨੂੰ ਉਹ ਗੁਰੂ ਮਿਲਿਆ ਏ ਜਿਹੜਾ ਘਰ ਦੇ ਵਿੱਚ ਰਹਿਣਾ ਸਿਖਾਉਂਦਾ ਹੈ। ਐਸਾ ਗੁਰੂ ਮਿਲਿਆ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਮੈਂ ਸਿੱਖਣ ਗਿਆ ਘਰ ਵਿੱਚ ਰਹਿਣਾ ਕਿਵੇਂ ਹੈ, ਪਰਿਵਾਰ ਵਿੱਚ ਰਹਿਣਾ ਕਿਵੇਂ ਹੈ, ਸਮਾਜ ਵਿੱਚ ਵਿਚਰਨਾ ਕਿਵੇਂ ਹੈ, ਉਹਦੇ ਕੋਲ ਜੀਵਨ ਦੀ ਜਾਂਚ ਸਿੱਖ ਕੇ ਆਪਣਾ ਲੋਕ ਸੁਖੀ ਕਰਾਂਗੇ। ਤੇ ਜਿਹਦਾ ਲੋਕ ਸੁਖੀ ਹੋ ਜਾਏਗਾ, ਪਰਲੋਕ ਵੀ ਗੁਰੂ ਉਹਦਾ ਸੁਹੇਲਾ ਕਰ ਦਿੰਦਾ ਹੈ। ਪਰ ਜਿਹਨੇ ਇਸ ਜੀਵਨ ਵਿੱਚ ਆ ਕੇ ਗੁਰੂ ਦੀ ਸ਼ਰਨ ਨਾ ਲਈ, ਗੁਰਮੰਤਰਹੀਣ ਅਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨੇ, ਕੂਕਰੈ ਸੂਕਰੈ ਗਰਤ ਬੈ ਕਾਕੈ ਸਰਪ ਨੇ ਤੁਲ ਖਲੈ, ਇਹੋ ਜਿਹਾ ਮਨੁੱਖ ਜਿਹੜਾ ਹੈ ਗੁਰੂ ਤੋਂ ਬਗੈਰ ਅਗਿਆਨਤਾ ਦੀਆਂ ਠੋਕਰਾਂ ਖਾਂਦਾ ਭਟਕਦਾ ਹੈ। ਹਲਤ ਪਲਤ ਦੋਵੇਂ ਗਏ, ਲੋਕ ਵੀ ਗਵਾਉਂਦਾ ਹੈ, ਪਰਲੋਕ ਵੀ ਗਵਾਉਂਦਾ ਹੈ। ਦਰਗਹਿ ਨਾਹੀ ਥਾਂ, ਰੱਬ ਦੀ ਦਰਗਾਹ 'ਚ ਉਹਨੂੰ ਥਾਂ ਨਹੀਂ ਮਿਲਦੀ। ਤੇ ਜਿਹੜਾ ਜੀਵਨ ਦਾ ਕੀਮਤੀ ਸਮਾਂ ਇਹ ਮਨੁੱਖਾ ਜੀਵਨ ਹੈ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮੌਕਾ ਗਵਾ ਦਿੰਦਾ ਹੈ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਦੋਂ ਸਮਾਂ ਨਿਕਲ ਜਾਂਦਾ ਹੈ ਫਿਰ ਕਹਿੰਦੇ ਉਹ ਵੇਲਾ ਹੱਥ ਨਾ ਆਵਈ, ਫਿਰ ਸਤਿਗੁਰ ਲੱਗੇ ਪਾਏ। ਜਿਹੜਾ ਕੀਮਤੀ ਸਮਾਂ ਜ਼ਿੰਦਗੀ ਦਾ ਗਵਾ ਲੈਂਦਾ ਹੈ, ਫਿਰ ਅਖੀਰਲੇ ਸਮੇਂ ਕੇਵਲ ਪਛਤਾਵੇ ਰਹਿ ਜਾਂਦੇ ਨੇ। ਕਹਿੰਦੇ ਫਿਰ ਉਹਨੂੰ ਭਟਕ ਕੇ ਵਾਪਸ ਗੁਰੂ ਕੋਲ ਆਉਣਾ ਪੈਂਦਾ, ਕਿਉਂਕਿ ਗੁਰੂ ਤੋਂ ਬਗੈਰ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਕੀ ਗਣਤ ਹੈ ਕੁਸੀ ਹੈ, ਦੁੱਖੇ ਦੁੱਖ ਵਿਹਾਏ। ਜਿਹੜਾ ਗੁਰੂ ਦੀ ਨਿੰਦਿਆ ਚੁਗਲੀ ਵਿੱਚ ਗਲਤਾਨ ਹੋ ਜਾਂਦਾ, ਵਡਿਆਈ ਕਰਨ ਦੀ ਥਾਂ ਦਿਨ ਰਾਤ ਕੁਤਰਕ ਕਰ ਕਰਕੇ ਗੁਰੂ ਦੇ ਪ੍ਰਤੀ ਇਹੋ ਜਿਹੇ ਸ਼ਬਦ ਅਸ਼ਰਦਕ ਬੋਲਦਾ ਹੈ, ਕਹਿੰਦੇ ਉਹ ਬੰਦਾ ਇਹੋ ਜਿਹਾ ਗਲਤਾਨ ਹੁੰਦਾ ਏ। ਦੁੱਖੇ ਦੁੱਖ ਵਿਹਾਏ, ਸਾਰੀ ਜ਼ਿੰਦਗੀ ਆਪ ਦੁੱਖ ਵਿੱਚ ਬਤੀਤ ਕਰਦਾ ਏ ਤੇ ਸਾਰੀ ਜ਼ਿੰਦਗੀ ਰੋਂਦਾ ਕਰਲਾਉਂਦਾ ਚਲਿਆ ਜਾਂਦਾ ਏ। ਸਤਿਗੁਰ ਪੁਰਖ ਨਿਰਵੈਰ ਹੈ, ਗੁਰੂ ਤੇ ਨਿਰਵੈਰ ਹੈ। ਗੁਰੂ ਦੀ ਕਿਸੇ ਨਾਲ ਕਿਸੇ ਪ੍ਰਕਾਰ ਦੇ ਨਾਲ ਕੋਈ ਮਾੜੀ ਭਾਵਨਾ ਨਹੀਂ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਗੁਰੂ ਕੋਲ ਹਿੰਦੂ ਆ ਜੇ, ਮੁਸਲਮਾਨ ਆ ਜੇ, ਸਿੱਖ ਆਏ, ਈਸਾਈ ਆਵੇ, ਜਿਵੇਂ ਪਾਣੀ ਸਭ ਦੀ ਪਿਆਸ ਬੁਝਾਉਂਦਾ ਏ, ਗੁਰੂ ਕੋਲ ਕੋਈ ਵੀ ਆ ਕੇ ਪਿਆਰ ਨਾਲ ਜੁੜ ਕੇ ਸੀਸ ਝੁਕਾਏਗਾ। ਗੁਰੂ ਨੇ ਧਰਮ ਜਾਤ ਨਹੀਂ ਵੇਖਣੀ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਇਹ ਗੁਰੂ ਦੀ ਵਡਿਆਈ। ਸਤਿਗੁਰ ਪੁਰਖ ਨਿਰਵੈਰ ਹੈ, ਆਪੇ ਲੈ ਜਿਸ ਲਾਏ,
ਨਾਨਕ ਦਰਸ਼ਨ ਜਿਨ੍ਹਾਂ ਵਿਖਾਲੇ ਹੋਣ ਤਿਨਾਂ ਦਰਗਹਿ ਲਏ ਛਡਾਏ। ਜਿਨ੍ਹਾਂ ਤੇ ਪਰਮੇਸ਼ਰ ਕਿਰਪਾ ਕਰਕੇ ਗੁਰੂ ਦੇ ਦਰਸ਼ਨ ਕਰਾ ਲੈਂਦਾ ਹੈ ਤੇ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਉਹ ਮਾਲਕ ਦੀ ਦਰਗਾਹ ਵਿੱਚ ਵਿਕਾਰਾਂ ਤੋਂ ਛਡਾ ਕੇ ਉਹਨਾਂ ਨੂੰ ਸੁਰਖਰੂ ਕਰਾ ਦਿੰਦਾ ਹੈ। ਅਗਲੇ ਸ਼ਲੋਕ ਵਿੱਚ ਸਾਹਿਬ ਫਿਰ ਮਨਮੁਖ ਦੀ ਗੱਲ ਕਰਦੇ, ਮਹੱਲਾ ਤੀਜਾ। ਮਨਮੁਖ ਅਗਿਆਨ ਦੁਰਮਤ ਅਹੰਕਾਰੀ, ਗੁਰੂ ਦਾ ਰਾਹ ਛੱਡ ਕੇ ਮਨ ਦੀ ਮੱਤ ਪਿੱਛੇ ਤੁਰਨ ਵਾਲਾ, ਅਗਿਆਨਤਾ ਦੇ ਵਿੱਚ ਅੰਨਾ, ਖੋਟੀ ਮੱਤ ਵਾਲਾ, ਹੰਕਾਰ ਦੇ ਬੋਲ ਬੋਲਦਾ ਹੈ। ਅੰਤਰ ਕ੍ਰੋਧ ਜੂਵੈ ਮਤ ਹਾਰੀ, ਅੰਦਰ ਹਮੇਸ਼ਾ ਕ੍ਰੋਧ ਹੈ ਤੇ ਜਿਵੇਂ ਜੁਆਰੀ ਆਪਣੀ ਸ਼ੁਭ ਗੁਣਾਂ ਦੀ ਪੂੰਜੀ ਜੂਵੇ 'ਚ ਹਾਰਦਾ ਹੈ, ਉਹ ਇਸ ਤਰੀਕੇ ਦੇ ਨਾਲ ਆਪਣੀ ਜੀਵਨ ਦੀ ਸ਼ੁਭ ਗੁਣਾਂ ਦੀ ਪੂੰਜੀ ਗਵਾ ਕੇ ਪਰਲੋਕ ਵਿੱਚ ਪਹੁੰਚਦਾ ਹੈ। ਅੰਨਾ ਇਸ ਅਵਸਥਾ ਵਿੱਚ ਕੂੜ ਕੁਸਤੋ ਪਾਪ ਕਮਾਵੇ, ਵੱਲ ਛਲ ਫਰੇਬ ਕਰਦਾ ਹੈ, ਪਾਪ ਕਮਾਉਂਦਾ ਹੈ। ਕਿਆ ਉਹ ਸੁਣੇ ਕਿਆ ਆਖ ਸੁਣਾਵੇ, ਉਹ ਕੀ ਸੱਚ ਦੀ ਗੱਲ ਸੁਣੇਗਾ ਤੇ ਕੀ ਕਿਸੇ ਨੂੰ ਸੁਣਾਏਗਾ। ਅੰਨਾ ਭੋਲਾ ਖੋਏ ਉੱਜੜ ਪਾਏ, ਮਨਮੁਖ ਅੰਧਾ ਆਵੇ ਜਾਏ, ਮਨ ਦੇ ਪਿੱਛੇ ਤੁਰਨ ਵਾਲਾ ਅਗਿਆਨਤਾ ਵਿੱਚ ਅੰਨਾ, ਵਿਕਾਰਾਂ ਦੇ ਰਾਹ ਵਿੱਚ ਭਟਕਦਾ, ਆਉਂਦਾ ਜਾਂਦਾ ਜਮਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਬਿਨ ਸਤਿਗੁਰ ਭੇਟੇ ਥਾਏ ਨਾ ਪਾਏ, ਨਾਨਕ ਪੂਰਬ ਲਿਖਿਆ ਕਮਾਏ। ਜਿਹੋ ਜੇ ਕਰਮ ਉਹੋ ਜੇ ਸੰਸਕਾਰ, ਉਹੋ ਜੀ ਪ੍ਰਾਲਬਧ। ਤੇ ਗੁਰੂ ਤੋਂ ਬਗੈਰ ਇਹ ਮਨੁੱਖ ਵਿਕਾਰਾਂ ਦੇ ਵਿੱਚ ਫਸਿਆ ਆਪਣੇ ਪੂਰਬਲੇ ਸੰਸਕਾਰ ਵੀ ਵਿਗਾੜ ਲੈਂਦਾ ਹੈ ਤੇ ਕੇਵਲ ਗੁਰੂ ਦੀ ਸ਼ਰਨ ਪੈਣ ਦੀ ਥਾਂ ਭਟਕਣਾ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ। ਪੌੜੀ ਪਰ ਸਾਹਿਬ ਕਹਿੰਦੇ ਇਹਨਾਂ ਦਾ ਕਸੂਰ ਕੀ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਜਿਵੇਂ ਪੱਥਰ ਪਾਣੀ ਵਿੱਚ ਰੱਖੀਏ 100 ਸਾਲ ਵੀ ਉਹ ਪਾਣੀ ਵਿੱਚ ਭਿੱਜਦਾ ਨਹੀਂ। ਗੁਰੂ ਕੋਲ ਪਤਾਸੇ ਵਾਂਗੂ ਬਣ ਕੇ ਆਵਾਂਗੇ ਤੇ ਘੁਲ ਜਾਾਂਗੇ, ਸੰਗਤ ਵਿੱਚ ਇੱਕਮਿਕ ਹੋ ਜਾਾਂਗੇ। ਪਰ ਜਿਨ੍ਹਾਂ ਦੇ ਹਿਰਦੇ ਪੱਥਰ ਵਰਗੇ ਹੈ ਉਹ ਗੁਰੂ ਦੇ ਕੋਲ ਆ ਕੇ ਇੱਕ ਵੀ ਬਚਨ ਹਿਰਦੇ ਵਿੱਚ ਟਿਕਾਉਂਦੇ ਨਹੀਂ। ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ, ਗੁਰੂ ਕੋਲ ਤੇ ਸੱਚ ਦੀ ਗੱਲ ਹੋਣੀ ਹੈ। ਕੁੜਿਆਰਾਂ ਚਿੱਤ ਉਦਾਸ, ਪਰ ਸੱਚ ਦੀ ਗੱਲ ਸੁਣ ਕੇ ਝੂਠੇ ਬੰਦੇ ਜਿਹੜੇ ਨੇ ਉਹ ਮਨ ਕਰਕੇ ਉਦਾਸ ਹੈ, ਕਿਉਂਕਿ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ। ਜਿਵੇਂ ਉੱਲੂ ਨੂੰ ਸੂਰਜ ਚੰਗਾ ਨਹੀਂ ਲੱਗਦਾ, ਝੂਠਿਆਂ ਨੂੰ ਗੁਰੂ ਚੰਗਾ ਨਹੀਂ ਲੱਗਦਾ। ਉਹ ਗੁਰੂ ਦੇ ਖਿਲਾਫ ਸਾਜ਼ਿਸ਼ਾਂ ਘੜਦੇ ਨੇ, ਸ਼ਿਕਾਇਤਾਂ ਕਰਦੇ ਰਹਿੰਦੇ ਹਨ। ਓਏ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਵੱਲ ਛਲ ਕਰਕੇ ਸੰਗਤ 'ਚ ਬੈਠਣਗੇ ਵੀ ਨਾ, ਕਦੀ ਪਾਸੇ ਪਲਟੀ ਜਾਣੇ, ਕਦੀ ਫੋਨ ਚਲਾ ਲੈਣਾ, ਕਦੀ ਹੋਰ ਗੱਲਾਂ ਕਰਨੀਆਂ, ਸਮਾਂ ਹੀ ਲੰਘਾਉਣਾ ਹੈ। ਪਰ ਇਸ ਥਾਂ ਤੇ ਬਹਿ ਕੇ ਗੁਰੂ ਦੀ ਸਿੱਖਿਆ ਨੂੰ ਵਸਾਉਣ ਵਾਸਤੇ, ਮਨ ਵਿੱਚ ਟਿਕਾਉਣ ਵਾਸਤੇ ਤਿਆਰ ਨਹੀਂ। ਉਹ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਛੱਡ ਕੇ ਦਰ, ਜਿਵੇਂ ਕਾਂ ਨੂੰ ਚੰਗੀਆਂ ਚੀਜ਼ਾਂ ਪਾਈਏ ਨਾ, ਫਿਰ ਉਹ ਗੰਦ 'ਚ ਮੂੰਹ ਮਾਰਦਾ। ਕਿੰਨੇ ਬਚਨ ਅੰਮ੍ਰਿਤਮਈ ਸੁਣਾਈਏ, ਨਸ਼ੇ ਨਾ ਕਰੋ, ਮਾੜੇ ਕੰਮ ਨਾ ਕਰੋ, ਪਰ ਇੱਥੋਂ ਜਾ ਕੇ ਫਿਰ ਉਹਨੇ ਸ਼ਾਮ ਨੂੰ ਪਊਆ ਲਾਉਣਾ ਹੈ, ਅਧੀਆ ਲਾਉਣਾ ਹੈ ਤੇ ਨਸ਼ਿਆਂ ਤੋਂ ਬਗੈਰ ਖੁਮਾਰੀ ਨਹੀਂ ਚੜ੍ਹਦੀ। ਇਹ ਉਹਨਾਂ ਦੀ ਅਵਸਥਾ ਹੈ। ਓਏ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ। ਨਿਰਣਾ ਕਰਕੇ ਵੇਖ ਲਵੋ ਮਨ ਦੇ ਵਿੱਚ, ਸੱਚ ਵਿੱਚ ਕੂੜੇ ਬੰਦੇ ਰਲਦੇ ਨਹੀਂ। ਬਾਰ-ਬਾਰ ਯਤਨ ਕਰੀਏ, ਆਉਂਦੇ ਨੇ। ਫਿਰ ਕਈ ਪ੍ਰਕਾਰ ਦੀਆਂ ਜੀ, ਨਹੀਂ ਛੱਡੋ ਗਿਆਨੀ ਜੀ, ਇਹ ਗੱਲਾਂ ਕਹਿਣੀਆਂ ਸੁਣਨੀਆਂ ਚੰਗੀਆਂ ਲੱਗਦੀਆਂ ਨੇ, ਜੀਵਨ ਤੇ ਇਦਾਂ ਹੀ ਕਮਾਈਦਾ ਹੈ। ਉਹ ਰਲਣ ਵਾਸਤੇ ਤਿਆਰ ਨਹੀਂ। ਤੇ ਅਵਸਥਾ ਕੀ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਝੂਠ ਦੇ ਪੁਜਾਰੀ, ਝੂਠ ਦੇ ਨਾਲ ਪਿਆਰ ਕਰਨ ਵਾਲੇ, ਨਸ਼ਿਆਂ ਨਾਲ ਪਿਆਰ ਕਰਨ ਵਾਲੇ, ਵਿਕਾਰਾਂ ਨਾਲ ਪਿਆਰ ਕਰਨ ਵਾਲੇ, ਉਹੋ ਜੀ ਸੰਗਤ ਭਾਲਦੇ ਬੜਾ ਆਨੰਦ ਆਉਂਦਾ ਹੈ। 3 ਘੰਟੇ ਦੀ ਫਿਲਮ ਵੇਖਿਆ, ਨੱਚਣਾ ਟੱਪਣਾ ਵੇਖਿਆ, ਬੰਦਾ ਕਿਸੇ ਉਬਦਾ ਨਹੀਂ। ਪਰ ਇੱਥੇ ਘੰਟਾ ਕੁ ਹੋ ਜੇ ਨਾ ਤੇ ਬੰਦਾ ਥੱਕ ਜਾਂਦਾ, ਜੀ ਬੜਾ ਟਾਈਮ ਹੋ ਗਿਆ। ਇਹ ਅਵਸਥਾ ਬਣ ਜਾਂਦੀ ਹੈ। ਉਹਨਾਂ ਨੂੰ ਕੂੜ ਚੰਗਾ ਲੱਗਦਾ ਹੈ। ਪਰ ਸਚਿਆਰ ਸਿੱਖ ਬੈਠੇ, ਤੁਹਾਡੇ ਵਰਗੇ ਗੁਰਮੁਖ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਕੋਲ ਆ ਕੇ ਬੈਠਦੇ ਨੇ। ਸਤਿਗੁਰੂ ਕਿਰਪਾ ਕਰਨ, ਅੰਮ੍ਰਿਤ ਬਚਨਾਂ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਚਰਨਾਂ 'ਚ ਅਰਦਾਸ ਕਰਿਓ, ਸਤਿਗੁਰੂ ਗੁਰਮਤ ਦੀ ਸੋਝੀ, ਗੁਰਮਤ ਪ੍ਰਚਾਰ ਕਰਨ ਦਾ ਬਲ ਬਖਸ਼ਣ ਤੇ ਸਚਿਆਰ ਬਣਨ ਦਾ ਜਿਹੜਾ ਗੁਰੂ ਨੇ ਵੱਲ ਸਿਖਾਇਆ ਹੈ, ਉਹ ਸੱਚ ਕੀ ਵਿਚਾਰ ਗੁਰੂ ਕੋਲ ਲੈ ਕੇ ਉਸ ਰਾਹ ਤੇ ਤੁਰੀਏ। ਸਹਿਜੇ ਹੋ ਜਾਣਗੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮੇਲੇ, ਭੁੱਲ ਚੁੱਕ ਦੀ ਖਿਮਾ। ਆਪ ਸਾਰੀਆਂ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਮਾਨਯੋਗ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ, ਮਾਨਯੋਗ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਅੰਗਰੇਜ਼ ਸਿੰਘ ਜੀ, ਸਿੰਘ ਸਾਹਿਬਾਨ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ। ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਗੁਰਬਾਣੀ ਬਣੀਏ ਵਾਲਾ ਜੀਵਨ ਸਾਨੂੰ ਆ ਜਾਏ।
ਅਸੀਸ ਬਖਸ਼ਦਿਆਂ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੁੰਦਰ ਪ੍ਰਮਾਣ ਦੇ ਕੇ ਵਿਦਵਤਾ ਭਰਪੂਰ ਕਥਾ ਕੀਤੀ ਮੇਰੇ ਛੋਟੇ ਵੀਰ ਨੇ, ਤੇ ਖਾਸ ਕਰਕੇ ਟਾਈਮ ਦੀ ਵੀ ਪਾਬੰਦੀ ਜੀਵਨ ਦੇ ਵਿੱਚ ਅਤ ਜ਼ਰੂਰੀ ਹੈ। ਵਕਤ ਵਿਚਾਰੇ ਸੋ ਬੰਦਾ ਹੋਏ। ਸਾਡੇ ਜੀਵਨ ਦਾ ਵਕਤ ਵੀ ਲੰਘਦਾ ਚਲਾ ਜਾ ਰਿਹਾ ਹੈ, ਅਸੀਂ ਉਤਨੇ ਸੁਚੇਤ ਨਹੀਂ ਹਾਂ।